ਅਗਮ ਅਗੋਚਰ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾਲੰ ਸਰੂਪੇ ਕੁਕਰਮੰ ਕਰਣਾਸੀ, ਸਦਾ ਸਰਵਦਾ ਰਿਦ ਸਿਧੰ ਨਿਵਾਸੀ। ਚਰਪਟ ਛੰਦ ਤਵੈ ਪੁਰਸਾ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ। ਅਖਲ ਜੁਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ। ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ। ਸਰਬੰ ਭਾਨੇ ਸਰਬੰ ਮਾਨੇ, ਸਰਬੰ ਦਾਤਾ ਸਰਬੰ ਗਿਆਤਾ। ਸਰਬੰ ਭਾਨੇ ਸਰਬੰ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ ਸਾਹਿਬੇ ਕਮਾਲ ਸਾਹਿਬੇ ਜਮਾਲ ਸਰਵਰੇ ਕਾਇਨਾਤ, ਵਾਲੀਏ ਦੋ ਜਹਾਨ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬਤ ਮਾਈ ਭਾਈ ਗੁਰਸਿੱਖ ਸੰਗਤ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਚ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਹੋਏ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ, ਵਡਭਾਗੇ ਹੋ। ਬਹੁਤ ਹੀ ਪਿਆਰ ਨਾਲ ਆਪ ਜੀਆਂ ਨੇ ਰੱਬੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਇਸ ਅਸਥਾਨ ਦੀ ਮਰਿਆਦਾ ਮੁਤਾਬਕ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਸਮਾਂ ਵੀ ਆਪਾਂ ਸਾਰਿਆਂ ਨੂੰ ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਇਆ ਹੈ। ਆਓ ਇਸ ਮਿਲੇ ਹੋਏ ਸਮੇਂ ਦੇ ਅੰਦਰ ਚੱਲ ਰਹੀ ਸ਼੍ਰੀ ਜਪੁ ਸਾਹਿਬ ਜੀ ਦੀ ਪਾਵਨ ਪਵਿੱਤਰ ਵਿਚਾਰ ਦੇ ਨਾਲ ਜੁੜ ਕੇ ਗੁਰਮਤਿ ਸਿਧਾਂਤਾਂ ਨੂੰ ਸਮਝਣ ਦਾ ਯਤਨ ਕਰੀਏ, ਆਪਣੇ ਹਿਰਦੇ ਵਿੱਚ ਮਨ ਮੰਦਰ ਵਿੱਚ ਵਸਾਉਣ ਦਾ ਯਤਨ ਕਰੀਏ, ਤਾਂ ਕਿ ਸਾਡਾ ਗੁਰੂ ਕੋਲ ਆਇਆ ਗਾਵਿਆ ਸੁਣਿਆ ਬੈਠਿਆ ਸਫਲ ਹੋ ਜਾਏ। ਸਤਿਗੁਰੂ ਜੋ ਹਰ ਰੋਜ਼ ਸਾਨੂੰ ਰੱਬੀ ਸੁਨੇਹੇ ਦਿੰਦੇ ਹਨ, ਪਰਮਾਰਥ ਦੀਆਂ ਗੱਲਾਂ ਸਾਨੂੰ ਸਮਝਾਉਂਦੇ ਨੇ, ਉਹਨਾਂ ਪਾਵਨ ਬਚਨਾਂ ਨੂੰ ਅਸੀਂ ਆਪਣੇ ਮਨ ਤੱਕ, ਆਪਣੇ ਹਿਰਦੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਜੋ ਪਰਮਾਤਮਾ ਦੀ ਬਖਸ਼ਿਸ਼ ਦਾ ਸਾਨੂੰ ਪਾਤਰ ਬਣਾ ਸਕਣ ਔਰ ਅਸੀਂ ਬਣ ਸਕੀਏ। ਕਿਉਂਕਿ ਮਨੁੱਖਾ ਜੀਵਨ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੈ।
ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ, ਉਸੇ ਨੂੰ ਹੀ ਮਿਲਣ ਵਾਸਤੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ। ਇਸ ਮਨੁੱਖਾ ਜੀਵਨ ਜਾਮੇ ਦੇ ਵਿੱਚ ਹੀ ਅਸੀਂ ਆਪਣੇ ਇਸ ਤੋਂ ਪਹਿਲਾਂ ਵਾਲੇ ਬਤੀਤ ਕੀਤੇ ਹੋਏ ਸਾਰੇ ਜਨਮਾਂ ਦਾ ਜੋ ਲੇਖਾ ਜੋਖਾ ਹੈ ਉਹ ਮੁਕਾ ਸਕਦੇ ਹਾਂ। ਆਪਣੀਆਂ ਭੁੱਲਾਂ ਬਖਸ਼ਾ ਕੇ ਪਰਮਾਰਥ ਦੇ ਰਸਤੇ ਤੇ ਚੱਲ ਕੇ ਪ੍ਰਮਾਤਮਾ ਦੇ ਘਰ ਪ੍ਰਵਾਨ ਹੋ ਸਕਦੇ ਹਾਂ। ਜੇ ਇਹ ਵੇਲਾ ਵੀ ਸਾਡੇ ਹੱਥੋਂ ਲੰਘ ਗਿਆ, ਹੁਣ ਵੀ ਨਾ ਅਸੀਂ ਪਰਮਾਤਮਾ ਦੀ ਰਜ਼ਾ ਨੂੰ, ਉਹਦੇ ਹੁਕਮ ਨੂੰ, ਉਹਦੀ ਬਖਸ਼ਿਸ਼ ਨੂੰ ਸਮਝ ਸਕੇ, ਫਿਰ ਸਤਿਗੁਰੂ ਕਹਿੰਦੇ ਪਤਾ ਨਹੀਂ ਕਦੋਂ ਵਾਰੀ ਆਏਗੀ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਇੱਕ ਬੜਾ ਲੰਬਾ ਪੈਂਡਾ ਹੈ, ਲੰਬਾ ਪੰਧ ਹੈ, ਬਿਆੰਤ ਜੂਨਾਂ ਵਿੱਚੋਂ ਨਿਕਲ ਕੇ ਆਏ ਆ ਤੇ ਅੱਗੇ ਉਹੀ ਚੱਕਰ ਫਿਰ ਤਿਆਰ ਹੋਏਗਾ ਜੇ ਅਸੀਂ ਨਾ ਸੰਭਲੇ। ਇਸ ਲਈ ਇੱਥੇ ਗੁਰੂ ਚਰਨਾਂ ਵਿੱਚ ਬੈਠ ਕੇ ਅਸੀਂ ਹਰ ਰੋਜ਼ ਪਰਮੇਸ਼ਰ ਦੀਆਂ ਸਿਫਤਾਂ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਉਸ ਪਰਮਾਤਮਾ ਨਾਲ ਜੋੜ ਰਹੇ ਨੇ ਜਪ ਸਾਹਿਬ ਦੀ ਬਾਣੀ ਰਾਹੀਂ। ਸਾਡੇ ਮਨਾਂ ਦੇ ਵਿੱਚ ਉਸ ਪਰਮੇਸ਼ਰ ਦਾ ਵਿਸ਼ਵਾਸ ਔਰ ਪਿਆਰ ਪੱਕਾ ਕਰ ਰਹੇ ਹਨ ਕਿ ਸਾਡੀ ਉਸ ਪਰਮਾਤਮਾ ਨਾਲ ਗੂੜੀ ਸਾਂਝ ਬਣੇ, ਡੂੰਘੀ ਸਾਂਝ ਬਣੇ, ਗਹਿਰਾਈ ਦੇ ਵਿੱਚ ਸਾਂਝ ਬਣੇ। ਜੋ ਅਸੀਂ ਬਚਨ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਸਾਡੇ ਮਨਾਂ ਦੇ ਵਿੱਚ ਉਹ ਵਸ ਜਾਣ, ਸਾਡੇ ਜੀਵਨ ਦਾ ਆਧਾਰ ਬਣ ਜਾਣ ਉਹ ਬਚਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਇਸੇ ਮਨੋਰਥ ਲਈ ਹੀ ਇਹ ਪਰਉਪਕਾਰ ਸਾਡੇ ਤੇ ਕਰ ਰਹੇ ਨੇ। ਤੁਸੀਂ ਵੇਖੋ, ਅਸੀਂ ਕਥਾ ਦੇ ਰਾਹੀਂ ਜਦੋਂ ਜਪ ਸਾਹਿਬ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਪਰਮਾਤਮਾ ਦੇ ਦੇਸ਼ ਦੀਆਂ ਗੱਲਾਂ ਹੁੰਦੀਆਂ ਨੇ, ਪਰਮਾਤਮਾ ਦੇ ਘਰ ਦੀਆਂ ਗੱਲਾਂ ਹੁੰਦੀਆਂ ਨੇ, ਪਰਮਾਤਮਾ ਦੇ ਸੁਭਾਅ ਦੀਆਂ ਗੱਲਾਂ ਹੁੰਦੀਆਂ ਨੇ, ਰੱਬ ਦੇ ਨੇਮ ਦੀਆਂ, ਵਿਧੀ ਵਿਧਾਨ ਦੀਆਂ, ਰੱਬ ਦੇ ਕਾਨੂੰਨ ਦੀਆਂ ਗੱਲਾਂ ਹੁੰਦੀਆਂ ਨੇ, ਤੇ ਪਰਮੇਸ਼ਰ ਕਿੰਨਾ ਪ੍ਰਸੰਨ ਹੁੰਦਾ ਹੋਵੇਗਾ। ਅਸੀਂ ਰਲ ਮਿਲ ਸਾਰੇ ਪਰਮਾਤਮਾ ਦੀ ਸਿਫਤ ਜੁੜੇ ਹੋਏ ਹਾਂ। ਪਰਮਾਤਮਾ ਕਿੰਨਾ ਪ੍ਰਸੰਨ ਹੁੰਦਾ ਹੋਵੇਗਾ ਜਦੋਂ ਉਹਦੀ ਖੁਸ਼ੀ ਹੁੰਦੀ ਹੈ। ਕੱਲ ਵੀ ਬੇਨਤੀ ਕੀਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਹਦੀ ਖੁਸ਼ੀ ਵਿੱਚ ਖੁਸ਼ੀਆਂ। ਜਦੋਂ ਉਹਦੀ ਨਜ਼ਰ 'ਚ ਅਸੀਂ ਆ ਜਾਂਦੇ ਹਾਂ, ਅਸੀਂ ਨਜ਼ਰ ਵਿੱਚ ਆਉਣ ਵਾਸਤੇ ਹੀ ਇਹ ਸਾਰੇ ਯਤਨ ਕਰ ਰਹੇ ਹਾਂ ਕਿ ਪ੍ਰਮਾਤਮਾ ਜਿਹੜਾ ਕਿਰਪਾਲੂ ਹੈ, ਦਇਆ ਦਾ ਸਰੂਪ ਹੈ, ਦਇਆ ਦਾ ਸਾਗਰ ਹੈ, ਗੁਣਾਂ ਦਾ ਖਜ਼ਾਨਾ ਹੈ, ਉਹ ਸਾਡੇ ਤੇ ਵੀ ਕਿਰਪਾ ਕਰੇ, ਸਾਡੇ ਤੇ ਵੀ ਉਹਦੀ ਬਖਸ਼ਿਸ਼ ਹੋਵੇ, ਤਾਂ ਕਿ ਅਸੀਂ ਵੀ ਇਸ ਮਿਲੇ ਹੋਏ ਮਨੁੱਖਾ ਜਾਮੇ ਨੂੰ ਜਿਉਂਦੇ ਜੀ ਸਫਲ ਕਰਕੇ ਉਸ ਪਰਮਾਤਮਾ ਦੇ ਘਰ ਪ੍ਰਵਾਨ ਹੋ ਕੇ ਜਾਈਏ। ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਅਵਸਥਾ ਬਣੇ ਔਰ ਉਹਨਾਂ ਪੰਜ ਪ੍ਰਵਾਨ, ਪੰਜ ਪ੍ਰਧਾਨਾਂ ਵਿੱਚ ਸਾਡਾ ਨਾਮ ਹੋਵੇ। ਇਸ ਭਾਵਨਾ ਦੇ ਨਾਲ ਅਸੀਂ ਗੁਰੂ ਕੋਲ ਆਉਂਦੇ ਹਾਂ ਤੇ ਇਸੇ ਭਾਵਨਾ ਨਾਲ ਹੀ ਆਉਣਾ ਚਾਹੀਦਾ। ਸਿਰਫ ਸਾਡੀ ਭਾਵਨਾ ਉਸ ਪਰਮਾਤਮਾ ਨੂੰ ਮਿਲਣ ਦੀ ਹੋਣੀ ਚਾਹੀਦੀ ਹੈ। ਜਦੋਂ ਪਰਮਾਤਮਾ ਮਿਲ ਜਾਏ, ਫਿਰ ਦੁਨੀਆ ਦੇ ਪਦਾਰਥ ਵੀ ਸਾਡੇ ਕੋਲ ਆ ਜਾਂਦੇ ਆ, ਦੁਨੀਆ ਦਾ ਸੁੱਖ ਆਰਾਮ ਵੀ ਸਾਡੇ ਕੋਲ ਆ ਜਾਂਦਾ ਹੈ। ਪਰਮਾਤਮਾ ਦੈਵੀ ਗੁਣ ਸਾਨੂੰ ਬਖਸ਼ਿਸ਼ ਕਰਦਾ। ਕੱਲ ਮੈਂ ਬੇਨਤੀ ਕਰ ਰਿਹਾ ਸੀ ਕਿ ਸਬਰ ਦਾ ਗੁਣ ਬੜਾ ਮਹਿੰਗਾ ਗੁਣ ਹੈ, ਬੜਾ ਵਡਮੁੱਲਾ ਗੁਣ ਹੈ। ਜਦੋਂ ਇਹ ਗੁਣ ਆਉਂਦਾ ਹੈ, ਹੁਣ ਮੈਂ ਇੱਕ ਨਿੱਕੀ ਜਿਹੀ ਸਿਰਫ ਇਤਿਹਾਸਕ ਬੇਨਤੀ ਕਰਕੇ ਫਿਰ ਜਪ ਸਾਹਿਬ ਦੀ ਵਿਚਾਰ ਤੇ ਆਉਣਾ। ਅੰਦਾਜ਼ਾ ਤੁਸੀਂ ਆਪ ਲਾਇਓ, ਸਬਰ ਵਾਲੀ ਬਿਰਤੀ ਕਿਹੋ ਜਿਹੀ ਹੈ, ਲਾਲਚ ਤੇ ਲੋਭ ਵਾਲੀ ਬਿਰਤੀ ਕਿਹੋ ਜਿਹੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਅਜੇ ਬਾਲਕ ਅਵਸਥਾ ਵਿੱਚ ਨੇ। ਚਲੋ, ਗੁਰੂ ਹਲੇ ਬਹੁਤ ਸਮਾਂ ਬਾਅਦ ਵਿੱਚ ਬਣਨਾ, ਪਰ ਆਪਾਂ ਸਤਿਕਾਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ। ਨਾਮ ਤਿਆਗ ਮੱਲ ਹੈ ਉਸ ਵੇਲੇ, ਤੇਗ ਬਹਾਦਰ ਵੀ ਬਾਅਦ ਵਿੱਚ ਪੈਂਦਾ ਨਾਮ। ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹਨ ਲੱਗੀ ਤੇ ਵਿਆਹ ਵਾਲਾ ਮਾਹੌਲ ਅਕਸਰ ਅਸੀਂ ਵੇਖਦੇ ਹਾਂ।
ਜਦੋਂ ਬਰਾਤਾਂ ਚੜ੍ਹਦੀਆਂ ਨੇ ਤੇ ਮਾਹੌਲ ਕਿੰਨਾ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ। ਕਈ ਵਾਰ ਜਿਨ੍ਹਾਂ ਨੂੰ ਨਹੀਂ ਬੁਲਾਇਆ ਹੁੰਦਾ ਉਹ ਵੀ ਖੜ ਕੇ ਵੇਖਣ ਲੱਗ ਪੈਂਦੇ ਆ। ਚਲੋ ਆਪ ਨਾ ਆਉਣ, ਉਹਨਾਂ ਦੇ ਬੱਚੇ ਆ ਕੇ ਵਿੱਚ ਖੜ ਕੇ ਵੇਖਣ ਲੱਗ ਪੈਂਦੇ ਆ। ਇੱਕ ਛੋਟਾ ਜਿਹਾ ਬੱਚਾ ਜਿਹਦੇ ਤਨ ਤੇ ਕੱਪੜੇ ਵੀ ਨਹੀਂ, ਨਗਨ ਉਹਦਾ ਤਨ ਹੈ, ਲੇਕਿਨ ਉਹ ਅੱਗੇ ਹੋ ਕੇ ਸਾਰਾ ਕੁਝ ਵੇਖਣਾ ਚਾਹੁੰਦਾ। ਹੁਣ ਇਹੋ ਜਿਹੇ ਬੱਚੇ ਨੂੰ ਅੱਗੇ ਕੌਣ ਆਉਣ ਦੇਵੇ? ਥੋੜਾ ਜਿਹਾ ਅੱਗੇ ਆਵੇ ਬਾਂਹ ਫੜ ਕੇ ਪਿੱਛੇ ਕਰ ਦੇਣ, ਥੋੜਾ ਜਿਹਾ ਅੱਗੇ ਆਵੇ ਬਾਂਹ ਫੜ ਕੇ ਪਿੱਛੇ ਕਰ ਦੇਣ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਾਹਿਬਜ਼ਾਦੇ ਤਿਆਗ ਮੱਲ ਜੀ ਦੀ ਅੱਜ ਤਿਆਰੀ ਬੜੀ ਚੜ੍ਹਦੀ ਕਲਾ ਵਿੱਚ, ਬੜੇ ਮਹਿੰਗੇ ਤੇ ਸੋਹਣੇ ਕੱਪੜੇ ਪਾਏ ਹੋਏ ਨੇ, ਬੜੇ ਫੱਬ ਰਹੇ ਆ, ਸੋਹਣੇ ਲੱਗ ਰਹੇ ਆ। ਅੱਜ ਤਾਂ ਚਲੋ ਰੈਡੀਮੇਡ ਦਾ ਯੁੱਗ ਹੈ, ਬੰਦਾ ਟਾਈਮ ਤੇ ਜਾ ਕੇ ਵੀ ਲਿਆ ਕੇ ਆਪਣਾ ਕੰਮ ਸਾਰ ਲੈਂਦਾ, ਪਰ ਪਹਿਲੇ ਸਮਿਆਂ 'ਚ ਪਹਿਲਾਂ ਹੀ ਤਿਆਰੀ ਕਰਨੀ ਪੈਂਦੀ ਸੀ। ਇੱਕ 2-2 ਮਹੀਨੇ ਪਹਿਲਾਂ ਦਰਜੀਆਂ ਨੂੰ ਘਰ ਵਿੱਚ ਬਿਠਾਉਣਾ ਤੇ ਸਾਰੇ ਪਰਿਵਾਰ ਦੇ ਕੱਪੜੇ ਬਣਨੇ। ਸਾਹਿਬਜ਼ਾਦੇ ਦੀ ਤਿਆਰੀ ਬਹੁਤ ਹੈ। ਜਦੋਂ ਨਿਗਾਹ ਪਈ ਉਸ ਬੱਚੇ ਵੱਲ ਕਿ ਅੱਗੇ ਆ ਕੇ ਵੇਖਣਾ ਚਾਹੁੰਦਾ, ਇਹਨੂੰ ਵੇਖਣ ਕੋਈ ਨਹੀਂ ਦੇ ਰਿਹਾ, ਉਹਨੂੰ ਬਾਹਰ ਜਾ ਕੇ ਪੁੱਛਿਆ ਕਿ ਤੂੰ ਕੱਪੜੇ ਪਾ ਕੇ ਆਉਣਾ ਸੀ, ਜੇ ਤੂੰ ਇਹ ਬਰਾਤ ਵੇਖਣੀ ਸੀ, ਵਿਆਹ ਵੇਖਣਾ ਸੀ, ਤਾਂ ਕੱਪੜੇ ਤਾਂ ਪਾ ਕੇ ਆਉਂਦਾ। ਉਸ ਬੱਚੇ ਨੇ ਰੋਂਦੇ ਹੋਏ ਕਿਹਾ, ਮੇਰੇ ਕੋਲੇ ਕੱਪੜੇ ਹੈ ਨਹੀਂ। ਤੂੰ ਆਪਣੇ ਮਾਪਿਆਂ ਨੂੰ ਕਹਿਣਾ ਸੀ, ਮੇਰੇ ਮਾਪੇ ਇੰਨੇ ਸਮਰੱਥ ਨਹੀਂ ਕਿ ਮੈਨੂੰ ਕੱਪੜੇ ਲੈ ਕੇ ਦੇ ਦੇਣ। ਸਾਡੇ ਘਰ 'ਚ ਗਰੀਬੀ ਬਹੁਤ ਹੈ, ਸਾਡੇ ਘਰ ਵਿੱਚ ਮਾਇਆ ਦੀ ਕਮੀ, ਪਦਾਰਥਾਂ ਦੀ ਕਮੀ, ਤੇ ਇੰਨੇ ਜੋਗੇ ਨਹੀਂ ਕਿ ਅਸੀਂ ਨਵੇਂ ਕੱਪੜੇ ਹਰ ਰੋਜ਼ ਪਾਈਏ ਤੇ ਬਣਾਈਏ। ਹੁਣ ਸਬਰ ਦੀ ਬਿਰਤੀ ਵੇਖੋ, ਤਿਆਗ ਮੱਲ ਜੀ ਨੇ। ਅੱਛਾ, ਇਹੋ ਜਿਹੇ ਹਾਲਾਤ ਅੱਜ ਜਿਹਨੇ ਕੱਲ ਪੂਰੇ ਵਿਸ਼ਵ ਦੀ ਪੱਤ ਢਕਣੀ ਹੈ, ਅੱਜ ਉਹਨੇ ਆਪਣੇ ਕੱਪੜੇ ਲਾਏ ਤੇ ਉਸ ਗਰੀਬ ਬੱਚੇ ਦੇ ਗਲ 'ਚ ਪਾ ਦਿੱਤੇ। ਕਹਿੰਦੇ ਜਾ ਅੱਗੇ ਜਾ ਕੇ ਖੜ, ਹੁਣ ਕੋਈ ਨਹੀਂ ਤੈਨੂੰ ਰੋਕੇ। ਜਦੋਂ ਘਰ ਵਿੱਚ ਆਏ, ਮਾਤ ਨਾਨਕੀ ਨੇ ਕਿਹਾ, ਬੇਟਾ ਤੇਰੇ ਕੱਪੜੇ ਕਿੱਥੇ ਆ? ਦੱਸਿਆ ਕਿ ਇੱਕ ਲੋੜਵੰਦ ਬੱਚਾ ਖੜਾ ਸੀ, ਉਹਦੇ ਤਨ ਤੇ ਕੱਪੜੇ ਨਹੀਂ, ਉਹ ਬਰਾਤ ਤੇ ਵਿਆਹ ਨੂੰ ਵੇਖਣਾ ਚਾਹੁੰਦਾ, ਕੋਈ ਅੱਗੇ ਨਹੀਂ ਸੀ ਆਉਣ ਦੇ ਰਿਹਾ, ਮੈਂ ਕੱਪੜੇ ਉਹਨੂੰ ਦੇ ਦਿੱਤੇ। ਮਾਤ ਨਾਨਕੀ ਥੋੜਾ ਗੁੱਸੇ ਹੋ ਰਹੇ ਆ ਵੀ ਇਸ ਤਰ੍ਹਾਂ ਥੋੜਾ ਕਰੀਦਾ, ਵਿਆਹ ਦਾ ਦਿਨ ਗਿਆ, ਹੁਣ ਤੇਰੇ ਇੰਨੇ ਚਾਅ ਨਾਲ ਕੱਪੜੇ ਬਣਾਏ, ਹੁਣ ਕਿਹੜੇ ਪਾਵਾਂ? ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੇਖ ਰਹੇ ਸਨ। ਮਹਾਰਾਜ ਨੇ ਕਿਹਾ, ਨਾਨਕੀ ਕੁਛ ਨਹੀਂ ਕਹਿਣਾ ਇਹਨੂੰ, ਜਿਹੜਾ ਕੰਮ ਅਸਲ ਵਿੱਚ ਇਹ ਕਰਨ ਆਇਆ ਇਹਨੇ ਉਹ ਸ਼ੁਰੂ ਕਰ ਲਿਆ। ਕਿਹੜਾ ਕੰਮ ਕਰਨ ਆਇਆ? ਕਹਿੰਦੇ ਅੱਜ ਤਾਂ ਇਹਨੇ ਆਪਣੇ ਕੱਪੜੇ ਲਾ ਕੇ ਇੱਕ ਬੱਚੇ ਦਾ ਨੰਗੇਜ਼ ਢੱਕਿਆ, ਇੱਕ ਛੋਟੇ ਜਿਹੇ ਬੱਚੇ ਦੇ ਤਨ ਨੂੰ ਢੱਕਿਆ। ਜਦੋਂ ਇਸ ਦੇਸ਼ ਦੀ ਪੱਤ ਨੂੰ ਕੋਈ ਨਗਨ ਕਰ ਰਿਹਾ ਹੋਏਗਾ, ਇਸ ਦੇਸ਼ ਦੇ ਧਰਮ ਨੂੰ ਕੋਈ ਨਗਨ ਕਰ ਰਿਹਾ ਹੋਏਗਾ, ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਕੋਈ ਪੈਰਾਂ ਤੋਂ ਉਖੇੜ ਰਿਹਾ ਹੋਏਗਾ, ਉਦੋਂ ਤਿਆਗ ਮੱਲ ਆਪਣੇ ਸਰੀਰ ਦੀ ਚਾਦਰ ਪਾ ਕੇ ਇਸ ਦੇਸ਼ ਦੀ ਪੱਤ ਨੂੰ ਵੀ ਢੱਕ ਲਏ। ਇਹ ਸਬਰ ਦੀ ਬਿਰਤੀ ਹੈ, ਇੱਕ ਬਚਪਨ ਵਿੱਚ ਦੇਣ ਦੀ ਇੱਛਾ। ਤਿਆਗ ਦਾ ਅਰਥ ਕੀ ਹੁੰਦਾ? ਜਿਹੜਾ ਤਿਆਗਦਾ ਹੀ ਜਾਵੇ। ਤਿਆਗ ਮੱਲ ਨਾਮ ਹੈ, ਜਦੋਂ ਤੇਗ ਚਲਾਈ ਫਿਰ ਤੇਗ ਬਹਾਦਰ ਨਾਮ ਪਿਆ। ਇਹ ਸਬਰ ਦੀ ਬਿਰਤੀ ਬਚਪਨ ਵਿੱਚ ਦੇਣ ਦੀ। ਹੁਣ ਸਾਹਮਣੇ ਕੌਣ ਹੈ? ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ। ਔਰੰਗਜ਼ੇਬ ਜਦੋਂ ਬੱਚਾ ਹੈ, ਛੋਟਾ ਹੈ, ਇੱਕ ਵਾਰ ਸ਼ਾਹਜਹਾਨ, ਇਹਦਾ ਪਿਤਾ ਤੇ ਸਾਰਾ ਪਰਿਵਾਰ ਇੱਕ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਲਈ ਗਏ। ਔਰੰਗਜ਼ੇਬ ਨਹੀਂ ਗਿਆ, ਬਾਹਰ ਹੀ ਖੜਾ। ਹੁਣ ਇਹਦੀ ਬਿਰਤੀ ਵੇਖਿਓ, ਵੀ ਬਚਪਨ 'ਚ ਹੈ। ਉਸ ਇਹਦੇ ਪਿਤਾ ਨੇ ਵੇਖਿਆ ਵੀ ਮੇਰਾ ਛੋਟਾ ਬੱਚਾ ਨਹੀਂ ਆਇਆ। ਜਦੋਂ ਨਮਾਜ਼ ਪੜ੍ਹ ਕੇ ਬਾਹਰ ਆਏ ਤੇ ਬਾਹਰ ਜਿੱਥੇ ਜੋੜੇ ਲਾਏ ਉੱਥੇ ਖੜਾ, ਪੁੱਛਿਆ ਵੀ ਤੂੰ ਅੰਦਰ ਨਹੀਂ ਆਇਆ? ਇਹਨੇ ਕਿਹਾ ਜੀ ਮੈਂ ਜਾਣ ਕੇ ਨਹੀਂ ਆਇਆ। ਕਿਉਂ ਨਹੀਂ ਆਇਆ? ਕਹਿੰਦਾ ਅੱਬੂ ਜਾਨ, ਤੁਸੀਂ ਸਾਰਾ ਪਰਿਵਾਰ ਮਸਜਿਦ ਦੇ ਅੰਦਰ ਜਾ ਕੇ ਬੈਠ ਗਏ, ਖੁਦਾ ਨਾ ਖਾਸਤਾ ਕੋਈ ਭੁਚਾਲ ਆ ਜਾਏ, ਇਹ ਮਸਜਿਦ ਡਿੱਗ ਪਏ, ਸਾਰਾ ਪਰਿਵਾਰ ਮਰ ਜਾਣਾ ਸੀ। ਕੋਈ ਤਾਂ ਇੱਕ ਚਾਹੀਦਾ ਸੀ ਨਾ ਜਿਹੜਾ ਕੱਲ ਰਾਜ ਭਾਗ ਸੰਭਾਲਣ ਵਾਲਾ ਹੋਵੇ। ਕੋਈ ਤਾਂ ਬਾਹਰ ਖੜਾ ਹੋਣਾ ਚਾਹੀਦਾ। ਜੇ ਤੁਸੀਂ ਸਾਰੇ ਮਰ ਜਾਂਦੇ ਫਿਰ ਇਹ ਰਾਜ ਭਾਗ ਦਾ ਵਾਰਸ ਕੌਣ? ਸ਼ਾਹਜਹਾਨ ਨੇ ਉਹਦੇ ਅੰਦਾਜ਼ਾ ਲਾਇਆ ਸੀ ਵੀ ਇਹ ਰਾਜ ਭਾਗ ਲਈ ਕੁਝ ਵੀ ਕਰ ਸਕਦਾ। ਇੱਕ ਬਚਪਨ ਦੀ ਬਿਰਤੀ ਵਿੱਚ ਇੰਨਾ ਲਾਲਚ, ਉਹ ਕਹਿੰਦਾ ਪਰਿਵਾਰ ਸਾਰਾ ਮਰ ਜਾਏ, ਮੈਂ ਬਚਣਾ ਚਾਹੀਦਾ ਕਿ ਇਸ ਰਾਜ ਭਾਗ ਦਾ ਮੈਂ ਮਾਲਕ ਬਣਾ। ਉਹਦੀ ਬਿਰਤੀ ਵਿੱਚ ਇੰਨਾ ਲਾਲਚ ਹੈ, ਇੰਨਾ ਲੋਭ ਹੈ, ਇੰਨੀ ਭੁੱਖ ਹੈ। ਸੰਸਾਰ ਨੂੰ ਜਿੰਨਾ ਵੀ ਲੁੱਟਿਆ ਨਾ, ਭੁੱਖੇ ਲੋਕਾਂ ਨੇ ਲੁੱਟਿਆ। ਸੰਸਾਰ ਵਿੱਚ ਜਿੰਨੀ ਕਰਪਸ਼ਨ, ਜਿੰਨਾ ਭ੍ਰਿਸ਼ਟਾਚਾਰ ਹੋ ਰਿਹਾ, ਇਹ ਭੁੱਖੇ ਲੋਕ ਹੀ ਕਰ ਰਹੇ ਆ। ਸਬਰ ਵਾਲਾ
ਲੁੱਟਦਾ ਨਹੀਂ, ਉਹ ਤਾਂ ਜੋ ਕੁਛ ਹੈ ਵੰਡ ਕੇ ਛਕਦਾ। ਸਬਰ ਵਾਲਾ ਤਾਂ ਹਮੇਸ਼ਾ ਅਮੀਰੀ ਵਿੱਚ ਜਿਉਂਦਾ, ਕਿਉਂਕਿ ਉਹਨੇ ਲੋੜਾਂ ਹੀ ਇੰਨੀਆਂ ਸੰਕੋਚ ਲਈਆਂ, ਉਹਨੇ ਆਪਣੀਆਂ ਲੋੜਾਂ ਹੀ ਇੰਨੀਆਂ ਸੰਕੋਚੀਆਂ ਹੋਈਆਂ ਨੇ, ਤੇ ਉਹ ਤਾਂ ਹਰ ਵੇਲੇ ਬਾਦਸ਼ਾਹ ਬਣ ਕੇ ਰਹਿੰਦਾ। ਜਿਸ ਬੰਦੇ ਨੇ ਆਪਣੀਆਂ ਲੋੜਾਂ ਇੰਨੀਆਂ ਵਧਾ ਲਈਆਂ, ਹੁਣ ਉਹ ਲੋੜਾਂ ਦੀ ਪੂਰਤੀ ਕਰਨ ਵਾਸਤੇ ਠੱਗੀਆਂ ਬੇਈਮਾਨੀਆਂ ਦਿਨ ਰਾਤ ਕਰ ਰਿਹਾ। ਉਹਨੇ ਆਪਣੀ ਭੁੱਖ ਇੰਨੀ ਵਧਾ ਲਈ, ਉਸ ਭੁੱਖ ਨੂੰ ਪੂਰੀ ਕਰਨ ਵਾਸਤੇ ਉਹ ਦਿਨ ਰਾਤ ਦੀ ਪਾਪ ਕਮਾ ਰਿਹਾ। ਤੇ ਸਬਰ ਵਾਲੇ ਦੇ ਕੋਲ ਪਰਮੇਸ਼ਰ ਦਾ ਨਾਮ ਹੁੰਦਾ ਹੈ, ਸਬਰ ਵਾਲੇ ਦੇ ਕੋਲ ਸਿਮਰਨ ਹੁੰਦਾ ਹੈ, ਸਬਰ ਵਾਲੇ ਕੋਲ ਮੈਡੀਟੇਸ਼ਨ ਹੈ, ਸਬਰ ਵਾਲੇ ਕੋਲ ਸੇਵਾ ਹੈ। ਉਹ ਇਹੋ ਜਿਹੇ ਦੇਵੀ ਗੁਣਾਂ ਨਾਲ ਅਮੀਰ ਹੈ। ਔਰ ਜਿਹਦੇ ਕੋਲੇ ਨਾਮ ਹੋਵੇ, ਮਹਾਰਾਜ ਸਾਹਿਬ ਦਾ ਬਚਨ ਤੁਹਾਨੂੰ ਯਾਦ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਖਤਮ, ਉਹਨੂੰ ਕੋਈ ਭੁੱਖ ਰਹਿੰਦੀ ਹੋਈ ਨਹੀਂ। ਸਬਰ ਦਾ ਗੁਣ ਇੰਨਾ ਉਹਦੇ ਤੇ ਹਾਵੀ ਹੋ ਜਾਂਦਾ ਹੈ ਕਿ ਉਹ ਭੁੱਖ ਜਾਂ ਕਿਸੇ ਲੋਭ ਲਾਲਚ ਵਿੱਚ ਉਹਨੂੰ ਜਾਣ ਹੀ ਨਹੀਂ ਦਿੰਦਾ। ਆਪਣੇ ਆਪ ਨੂੰ ਇੰਨਾ ਸੰਕੋਚ ਲੈਂਦਾ ਕਿ ਜੋ ਕੁਛ ਹੈ ਉਹਦੇ ਵਿੱਚ ਹੀ ਉਹ ਖੁਸ਼ ਹੈ, ਉਹਦੇ ਵਿੱਚ ਉਹ ਰੱਬ ਦੀਆਂ ਖੁਸ਼ੀਆਂ ਮਾਣ ਰਿਹਾ, ਤੇ ਜਿੰਨੇ ਕੁ ਪਦਾਰਥ ਕੱਪੜਾ ਜੋ ਬਖਸ਼ਿਆ ਉਹਦੇ ਵਿੱਚ ਹੀ ਉਹ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਿਹਾ। ਅਸੀਂ ਗੁਰੂ ਕੋਲ ਆਉਂਦੇ ਹਾਂ ਕਿ ਇਹੋ ਜਿਹੇ ਗੁਣ ਸਾਡੇ ਜੀਵਨ 'ਚ ਪੈਦਾ ਹੋਣ, ਸਾਡੇ ਜੀਵਨ 'ਚ ਸਬਰ ਆਵੇ, ਸਾਡੇ ਜੀਵਨ 'ਚ ਸੰਤੋਖ ਆਵੇ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ, ਬਿਨਾਂ ਸੰਤੋਖ ਤੋਂ ਕੋਈ ਰੱਜ ਨਹੀਂ ਸਕਦਾ। ਤਾਂ ਕਿ ਜਿੰਨਾ ਕੁ ਪਰਮਾਤਮਾ ਨੇ ਸਾਨੂੰ ਦਿੱਤਾ, ਜਿੱਥੇ ਕੁ ਦਿੱਤਾ, ਜਿੱਥੇ ਕੁ ਬਿਠਾਇਆ ਸੀ, ਉਹਦੇ ਵਿੱਚ ਖੁਸ਼ ਰਹੀਏ ਔਰ ਉੱਠਦੇ ਬਹਿੰਦੇ ਤੁਰਦੇ ਫਿਰਦੇ ਰੱਬ ਦਾ ਸ਼ੁਕਰਾਨਾ ਕਰੀਏ। ਉਹੀ ਕਰੇਗਾ ਜਿਹਦੇ ਕੋਲੇ ਸਬਰ ਹੋਏਗਾ। ਖੈਰ ਆਓ ਨਾਲ ਨਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਵੀ ਲੈ ਕੇ ਤੁਰੀਏ। ਮਹਾਰਾਜ ਸਾਹਿਬ ਦਾ ਇਹ 73ਵਾਂ ਬੰਦ ਹੈ। ਸ਼ਬਦ ਬਹੁਤ ਮਹਿੰਗੇ ਨੇ, ਬੜੀ ਗਹਿਰਾਈ ਵਾਲੇ ਸ਼ਬਦ ਨੇ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ, ਗਹਿਰਾਈ ਇਸ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਪਤਾ ਨਹੀਂ ਕਿਸ ਵਜਦ ਵਿੱਚ ਆ ਕੇ, ਕਿਸ ਵਿਸਮਾਦ ਵਿੱਚ ਆ ਕੇ, ਕਿਸ ਰੰਗ, ਕਿਸ ਆਨੰਦ ਵਿੱਚ ਆ ਕੇ ਇਸ ਰੱਬੀ ਬਾਣੀ ਨੂੰ ਉਚਾਰਿਆ। ਜਿਸ ਹਿਸਾਬ ਨਾਲ ਉਹ ਪਰਮਾਤਮਾ ਦੇ ਵਿਸ਼ੇਸ਼ਣ ਗੁਣ ਦੱਸ ਰਹੇ ਆ, ਤੇ ਪੜ੍ਹਨ ਸੁਣਨ ਵਾਲਿਆਂ ਨੂੰ, ਇਹਦੇ ਅਰਥਾਂ ਦੀ ਵਿਚਾਰ ਕਰਨ ਵਾਲਿਆਂ ਨੂੰ ਤਾਂ ਇਹੀ ਭੁਲੇਖਾ ਪੈਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਦੇ ਸਾਹਮਣੇ ਖੜ ਕੇ ਬਾਣੀ ਉਚਾਰ ਰਹੇ ਆ। ਜਿਵੇਂ ਜਿਵੇਂ ਉਹਦੇ ਗੁਣ ਵੇਖ ਰਹੇ ਆ, ਉਹਦਾ ਸੁਭਾਅ ਵੇਖ ਰਹੇ ਆ, ਉਹਦੇ ਕਰਮ ਵੇਖ ਰਹੇ ਆ, ਉਵੇਂ ਉਵੇਂ ਛੰਦ ਉਚਾਰ ਰਹੇ ਆ। ਤੇ ਉਸ ਪਰਮਾਤਮਾ ਦੀਆਂ ਸਿਫਤਾਂ ਵਿੱਚ ਅੱਜ ਮਹਾਰਾਜ ਸਾਹਿਬ ਨੇ ਕਿਹਾ, ਕਿਰਪਾਲੰ ਸਰੂਪੇ ਤੋ ਕਰਮੰ ਪ੍ਰਣਾਸੀ। ਆ ਵੀ ਪਰਮਾਤਮਾ ਦੀ ਸਿਫਤ ਹੈ ਕਿ ਉਸ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਕਿਰਪਾਲੂ ਹੈ। ਇਸੇ ਕਰਕੇ ਉਹਦਾ ਨਾਮ ਕਿਰਪਾਲੂ ਪਿਆ। ਉਹਦਾ ਜਿਹੜਾ ਸਰੂਪ ਹੈ ਉਹ ਕਿਰਪਾ ਵਾਲਾ ਸਰੂਪ ਹੈ। ਇਸ ਕਰਕੇ ਕਿਰਪਾਲੂ ਕਿਹਾ ਕਿ ਉਹ ਹਰ ਵੇਲੇ ਕਿਰਪਾ ਕਰ ਰਿਹਾ। ਕਿਰਪਾ ਦਾ ਕਾਰਜ ਹੈ, ਸਾਰਿਆਂ ਤੇ ਕਿਰਪਾ ਕਰਦਾ। ਕੁਕਰਮੰ ਪ੍ਰਣਾਸੀ। ਕੁਕਰਮੰ ਦਾ ਅਰਥ ਹੁੰਦਾ ਮਾੜੇ ਕਰਮ, ਕੁਕਰਮੰ ਦਾ ਅਰਥ ਹੁੰਦਾ ਬਦੀ। ਇੱਕ ਨੇਕੀ ਹੁੰਦੀ ਹੈ, ਇੱਕ ਬਦੀ ਹੁੰਦੀ ਹੈ। ਨੇਕੀ ਦਾ ਚੰਗਾ ਪੱਖ ਹੈ ਤੇ ਬਦੀ ਨੂੰ ਮਾੜੇ ਪੱਖ ਵਿੱਚ ਲਿਆ ਜਾਂਦਾ ਹੈ। ਉਹ ਬਦੀਆਂ ਦਾ ਨਾਸ਼ ਕਰਨ ਵਾਲਾ ਹੈ, ਬਦੀਆਂ ਦਾ ਨਾਸ਼ ਵੀ ਕਰਦਾ ਹੈ। ਔਰ ਜਿਹੜੀਆਂ ਬਦੀਆਂ ਇਨਸਾਨ ਤੋਂ ਹੋ ਗਈਆਂ ਹੋਣ, ਜਾਣੇ ਅਣਜਾਣੇ ਹੋ ਗਈਆਂ ਹੋਣ, ਜਾਣ ਬੁੱਝ ਕੇ ਕੀਤੀਆਂ ਜਾਂ ਅਣਜਾਣਪਣੇ ਚ ਹੋ ਗਈਆਂ, ਜਦੋਂ ਕੋਈ ਪਰਮਾਤਮਾ ਅੱਗੇ ਵਾਸਤਾ ਪਾਉਂਦਾ ਹੈ, ਉਹ ਸਾਰੀਆਂ ਬਦੀਆਂ ਨੂੰ ਵੀ ਖਤਮ ਕਰ ਦਿੰਦਾ ਹੈ ਔਰ ਜੀਵਨ ਨੂੰ ਇੰਨਾ ਸਵੱਛ ਕਰ ਦਿੰਦਾ ਹੈ, ਜੀਵਨ ਨੂੰ ਇੰਨਾ ਅਮੋਲਕ ਬਣਾ ਦਿੰਦਾ ਹੈ, ਜੀਵਨ ਨੂੰ ਇੰਨਾ ਗੁਣਾਂ ਦੀ ਖਾਨ ਬਣਾ ਦਿੰਦਾ। ਤੇ ਅਗਲੇ ਸਮੇਂ ਵਿੱਚ ਇਨਸਾਨ ਬਦੀਆਂ ਦੇ ਨੇੜੇ ਤੇੜੇ ਨਹੀਂ ਜਾਂਦਾ, ਬਦੀਆਂ ਵਾਲਾ ਰਸਤਾ ਨਹੀਂ ਚੁਣਦਾ। ਉਹ ਨੇਕੀ ਦੇ ਰਾਹ ਤੇ ਚੱਲ ਪੈਂਦਾ, ਉਹ ਪਰਉਪਕਾਰ ਦੇ ਰਾਹ ਤੇ ਚੱਲ ਪੈਂਦਾ, ਉਹ ਭਲੇ ਦੇ ਰਾਹ ਤੇ ਚੱਲ ਪੈਂਦਾ, ਜਿਹਨੂੰ ਪਰਮਾਤਮਾ ਬਖਸ਼ ਦੇਵੇ। ਖੋਟੇ ਕਰਮ ਪ੍ਰਣਾਸੀ, ਕੁਕਰਮੰ ਪ੍ਰਣਾਸੀ। ਪ੍ਰਣਾਸੀ ਦਾ ਅਰਥ ਹੈ ਨਾਸ਼ ਕਰਨ ਵਾਲਾ। ਵਾਹਿਗੁਰੂ ਬਦੀਆਂ ਦਾ ਨਾਸ਼ ਕਰਦਾ ਹੈ। ਪਰਮੇਸ਼ਰ ਦੇ ਦਰ ਤੇ ਆ ਜਾਓ, ਉਹ ਆਪ ਪਿਛਲੇ ਕੀਤੇ ਹੋਏ ਖੋਟੇ ਕਰਮਾਂ ਦਾ ਨਾਸ਼ ਕਰ ਦਿੰਦਾ ਹੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਜਿਵੇਂ ਮਹਾਰਾਜ ਸਾਹਿਬ ਨੇ ਕਿਹਾ, ਜੈਸਾ ਬਾਲਕ ਪਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਤੀ। ਪਹਿਲਾਂ ਉਪਦੇਸ਼ ਕਰਦਾ ਹੈ, ਫਿਰ ਝਿੜਕਦਾ ਹੈ, ਬਹੁ ਭਾਤੀ, ਫਿਰ ਬਹੁਤ ਬਿਤਾ ਗੱਲ ਲਾਵੇ, ਫਿਰ ਗਲ ਨਾਲ ਵੀ ਲਾ ਲੈਂਦਾ। ਪਹਿਲਾਂ ਉਪਦੇਸ਼ ਦਿੱਤਾ, ਉਪਦੇਸ਼ ਸੁਣ ਕੇ ਵੀ ਕਿਸੇ ਤੋਂ ਗਲਤੀ ਹੋ ਗਈ, ਫਿਰ ਝਿੜਕ ਵੀ ਵੱਜ ਜਾਂਦੀ ਹੈ।
फिर वो कला झिड़कदा ही नहीं, गल नाल भी लाउंदा, क्योंकि साडा माता पिता है परमात्मा। मापे हुण कोई किसी गल तो बच्चे नूं झिड़क देण, ये थोड़ा भी घरों ही कढ दिंदे आ। ਉਹੀ मां बाप गल नाल भी लाउंदे आ, प्यार भी दिंदे आ बच्चे नूं। सतगुरु तां हमेशा ही प्यार करदे आ, पर महाराज साहब झिड़क उदों मारदे आ भी मैं तेरा भला करना चाहुंदा, मैं जदों तैनूं वरज रिहा, मैं जदों तैनूं डायरैक्शन दे रिहा, तेरे नाल नाल चल रिहा, फिर गलती क्यों करदा? तैनूं दिमाग दिता, मत दिती, बुद्ध दिती, तैनूं सोचण शक्ति सारा कुछ मैं दिता, फिर गलती क्यों? चलो जे गलती हो जाए मन लेनी चाहिए आ, भुल हो जाए मन लेनी चाहिए आ। सतगुरु बख्शणहार ने, उदास नहीं होना कि जो हुण पाप हो गया हुण की करिए। वो बख्शणहार है, सद बख्शंद सदा मेहरबाना, औगण को ना चितारे। वो सदा ही बख्शण वाला है, ते जदों बख्शदा फिर औगण को ना चितारे, फिर बहुड़ पिता गलना पै, फिर वो गल नाल लाउंदा ते औगण नहीं चितारदा। जिन्ने मर्जी पाप कीते होण वो फिर आप ही बख्श दिंदा है। जे तां बस सानूं अरदास करनी होनी चाहिए आ, जेता समुंद सागर नीर भरिया, तेते औगण हमारे दया करो, किछ मेर उपावो डुबदे पत्थर ता। कई अपने आप नूं ना आप ही सर्टिफिकेट देई जाणगे जी आपां तां किसी दा कदे माड़ा कीता ही नहीं, ਅਸੀਂ ਤਾਂ ਕਿਸੇ ਦਾ बुरा करते ही नहीं, रब साडे नाल पता नहीं क्यों करदा। धर्म की दुनिया में भी इवें चलदा, इउं लगदा हुंदा कई बार जिवें अगे अध्यापक कोई बच्चा नलैक होना ना, वार वार उन्हें कच्चे पेपरां च भी, टैस्टां विच भी फेल होना, पक्के पेपरां च भी फेल होना, ते उन्होंने जदों कोई उहदी शिकायत जां कोई नोट बना के बच्चे दे हत्थ भेजना भी जा तू अपने पिता तो साइन करा के लैके आ, अपने दादे तो साइन करा के लैके आ, ते उन्होंने भी पता लगे तेरे किन्नियां चों किन्ने नंबर आए आ, तू किहड़े नंबर ते इत्थे पढ़ रहा है, किहड़े नंबर ते आके तैनूं आ डिवीजनां मिलदियां ने। ते बच्चा एडा चलाक, वो घर नूं तां जांदा है, पर जिहड़ी अध्यापक तो चिट्ठी लई रास्ते में एक पासे बैठ के आप ही पिता वाले साइन कर ले, आप ही दादे वाले साइन कर ले, ते थल्ले लिख दिता वेरी गुड, बहुत अच्छा, शाबाश। आप ही हुण चिट्ठी चिट्ठी तो चलो लिख के दी, साइन आप कर ले, शाबाश भी आप ही दे लई, अपने आप नाल ही धोखा। ते धर्म की दुनिया में भी बहुतात गिणती लोगों ने अपने आप ही आप नूं डिग्रियां दे दित्तियां। किसी ने ज्ञानी लिख लिया, किसी ने संत, किसी ने ब्रह्म ज्ञानी, किसी ने राजयोगी, किसी ने महान तपस्वी, किसी ने जंगलों च मंगल लाने वाले, कितनियां उपाधियां ने आप ही लिखियां हुई ने। ये उपाधियां तो गुरु ने देनियां सी, गुरु ने विशेषण करके विश्लेषण करके कि केड़े केड़े गुण, जे एक संत लिखना तो संत वाले गुण है ने, जे ब्रह्म ज्ञानी लिखना ब्रह्म ज्ञानी वाले गुण है ने, जे तू अपने नाम नाल राज जोगी जंगलों च मंगल, अगे तो बड़ियां अगे जिहड़ियां डिग्रियां लिखियां होंदियां, पदवियां लिखियां होंदियां, नाम तो बहुत पिछे जाके आउंदा है। वो आप ही सारा कुछ लिखिया होया, आप ही मोहरां लाई जा रहे हैं, आप ही साइन कीते, आप ही अपने आप को शाबाशी दे रहे हैं, तां ही कुछ बन नहीं दिया। ये उपाधियां डिग्रियां गुरु ने देनियां सी, मिलदियां ने। ये नहीं कि बाबा बुड्ढा जी को नाम किने दिता, गुरु नानक साहब ने दिता। भाई गुरदास साहब को एडे सत्कारयोग नाम किने दिते, गुरु साहब ने दिते। भाई बिधि चंद नूं बिधि चंद छीना, गुरु का सीना किने किया। भाई बहलो सब तो पहला यह बचन किने कहे, गुरु साहब ने कहे। मंझ प्यारा गुरु को गुर मंझ प्यारा, मंझ गुरु का बोए था जग लगन हारा, ये बचन किने, ये धन गुरु अर्जन देव पातशाह दे, ये डिग्रियां गुरु साहब दिंदे आ। प्रचारक महाराज ने आप थापे, गुण वेखे, किसी नूं सिख दी उपाधि, किसी नूं गुरसिख दी उपाधि। ते ये नहीं कि इत्थे ब्रह्म ज्ञानी की कोई डिग्री नहीं है डल्ले पिंड दे विच गुरु अमरदास पातशाह दे वेले सुल्तानपुर लोधी दे नेड़े डल्ला पिंड, कदे उस नगर च जिथे धन गुरु हरगोबिंद साहब पातशाह की किसी वेले बरात भी टुकी। सुल्तानपुर लोधी च गुरुद्वारा सेहरा साहब है, आउंदी हुई बरात उत्थे भी रुकी सी, ते डल्ले पिंड विच गई नाल ही। एक वेले च गुरु अमरदास महाराज दे वेले 72 ब्रह्म ज्ञानी डल्ले पिंड विच सन, एको ही वेले। भाई पारो परमहंस जी नूं क्या, यह भी उसे पिंड दा ही है। इन्ना हुण तुसीं आप अंदाजा लाओ किड्डा उच्च पाए दा जीवन होएगा। एक दिन गुरु अमरदास महाराज सोच रहे आ, इन्ने खुश होए भाई पारो तो कि मैं गुरता गद्दी पारो नूं दे दियां, कि मैं गुरता गद्दी अपने सिख भाई पारो नूं दे दियां, जिहड़ा पारों आ रहा, दरिया तो पारों आ रहा, ते भाई पारो
कि हुण किड्डा उच्चा जीवन होएगा। इहदा मतलब इहो जे गुण गुरु ने प्रगट कर दिते कि ये सिख गुरता गद्दी ते बैठण दे काबिल भी हो गए। भाई गोपाला जी जपजी साहब का पाठ सुना रहे, गुरु हरगोबिंद साहब सुन रहे, सोच रहे भी देना की है, इन्ने चाह नाल बाणी पढ़ रहा, इन्ने प्यार नाल। हुण किन्ना उस सिख दा जीवन, किन्ने रूह नाल उन्हें बाणी पढ़ी होएगी। गुरु हरगोबिंद साहब सोच रहे मैं अपना तख्त ही दे देना, मैनू अपना तख्त ही दे देना। हुण इत्थे तां गुरु की उपाधि तो सब तो उच्ची है ना। चलो कई बार हुण कोयले पाप पड़े ते सुपर मन जलिया सन्नी च। हुण जिहड़े जन्मा जन्मां दे पाप माड़े कर्म तुरे आउंदे, उन्होंने पता नहीं कोले बन के कदों अंदर विकारां दी अग ते पै जाना। अग तेज हो जानी है तो समा लंघ जाता है, फिर गल उत्थे दी उत्थे आ जाती है। ये बड़ा डूंगा मसला है। पर जे असीं गुरु नूं नाल लैके चलीए फिर गुर काढी नरक ते तू, फिर सतगुरु सानू पार लंघा दिंदे आ। भव सागर तो भी जे कोई सिख नरकां च चलिया जावे उत्थों भी कढ लैंदे। पर साडे कोले अरदास लई शब्द जेता समुंद सागर नीर हम अवगुण भरे एक गुण नहीं। भट्ट कीर्ति ने अरदास ही तो की है ना। अरदास अज याद कर लो इस अरदास नूं। उठते बहिंदे तुरदे फिरदे गुरु घर आउंदियां गुरु घरों जांदियां ये अरदास के शब्द साडियां तुहाडियां रसना ते होण। हम अवगुण भरे एक गुण नहीं, ये जुबान नाल नहीं कहना, ईमान नाल कहना, ये मुंह नाल नहीं कहना, ये रूह नाल कहना, ये तन नाल नहीं कहना, ये मन नाल कहना। और उस विस्माद विच, उस अवस्था विच जाके ये शब्द पढ़ने आ जिस अवस्था विच भट्ट साहिबाना ने उच्चारे आ। कि कैसी शरदा विच बोले होणगे, किन्नी भावना दे विच ये शब्द कहे होणगे, किन्ने रंग विच रंग के ये शब्द कहे होणगे। गुरु रामदास पातशाह नूं साक्षात सामने हाजर नाजर समझ के कहे होणगे। ते गुरु अज भी सर्व जगह व्यापक है। इसलिए ये शब्द होण हम अवगुण भरे एक गुण नाही, ये शब्द तां कहने आ क्योंकि किरपालम स्वरूप है। परमात्मा तू किरपा का स्वरूप है, साडे ते भी किरपा कर। किरपा कराउणी आउणी चाहिदी है, वो करदा है। और दूसरी मैं भी बेनती कर दिया, ओदा सुभाव एडा शीत सुभाव, शीतल सुभाव है, एडा नरम सुभाव है, एडा प्यार। जिवें कल बचन आए सी ना अखिजे, अखिजे का अर्थ हुंदा खिजना, खिजण दा खिजे मतलब खिजना, अखिजे जिहड़े खिजदा नहीं। असीं हुण एक अरदास इक्को शब्द सवेरे भी कहने आ, दोपहरे भी कहने आ, शाम नूं भी कहने आ, हर रोज कहने आ किरपा करो। अज भी क्या होएगा, बस किरपा करो, कल भी क्या होएगा, बस जी किरपा करते हुए परसों भी क्या, हर रोज ही कहने ना। सुख शांति दो, तंदुरुस्ती दो, हर रोज कहने आ। मेरा कारोबार चले, हर रोज कहने आ। मेरे बच्चे का कुछ बन जाए, हर रोज कहने आ। एक बारी नहीं रब खिजदा, एक बारी नहीं गुरु ग्रंथ साहब महाराज खिजदे, तुसीं लखां करोड़ां वार कहो, क्योंकि वह कृपालन स्वरूप है, वह अखिजे है, वह खिजदा नहीं। महाराज कहते मैनू पता मैं तेरा मां बाप तू मेरे को मंगना, पर कुछ गल्लां मेरियां भी मान ला। मैं तेरा भला करना चाहना ते तू इन्ना कुछ मैनू हर रोज कहना, मैं हर रोज प्यार नाल सुनना ते ओहदे ते चिंतन मंथन करदा। जिहड़ा कुछ होण वाला हो जांदा, किसी चीज नूं समां लगदा, ओहदे लई तेरे कोल भांडा नहीं हुंदा, भांडा तैयार करन वास्ते समां लग जांदा। ये नहीं कि इत्थे वस्तु नहीं। हुण जिहो जी वस्तु तुसीं बाजार च लैण जांदे हो, तुसीं 200-400 की सब्जी भी लैण जाना होवे ना, ਉਹਦੇ ਲਈ भी कोई लिफाफा कोई थैला लेके जाने, भी पा के काह च लेके आउणी आ। रब दियां तां दातां ही इंनियां वड्डियां ने, जदों इंनियां वड्डियां दातां मंगदे आ, माड़ा देखीए तां सही भी कोई चादर कोई भांडा कुछ है साडे कोल, पा के काहदे विच ले जाना। जे वडाप तेवड़ तेरी दात, ये ना होवे वो दात दवे ते साडा भांडा छोटा रह जाए, ऐसा ना हो जाए। फिर की कहांगे महाराज फिर लैके जावांगा। ये समय कदे कदे बनदे आ। इसलिए अरदास करने हम अवगुण भरे एक गुण नाही, अमृत छाट दिखै बिख खाही, माया मोह धर्म पै भूले, सुत दा रास्यों प्रीत लगाई, एक उत्तम पंथ सुनियो गुर संगत, तेह मिलंत जम त्रास मिटाई। एक शब्द कहना है, एक अरदास भाट कीरत की गुर रामदास राखो शरणाई। सानू गुरु रामदास पातशाह बस अपनी शरण विच रख ला। सानू बहुता नेम नहीं निभाउणा आउंदा, साडे च कोई निमरता वर्गे कोई दैवी गुण भी नहीं, जिन्हां नाल असीं बख्शे जावांगे। बस ज्यों भावै त्यों राख ला, बुरे भले हम थारे। प्रभ जीओ खसमाना कर प्यारे, असीं बुरे आ, असीं भले आ, चंगिया माड़िया जिहो जे भी आ, हां तां तेरी ना।
बस सानू अपने चरणों में रख ताकि साडा ये जीवन सफल हो जाए। महाराज कहते कृपालंग स्वरूपे को कर्मंग प्रणासी, परमात्मा कृपा का स्वरूप है, बदियां का नाश करने वाला है, माड़े कर्मां का नाश करने वाला, माड़े मंदे कर्मां का, मंदी सोच दुर्मत का नाश करने वाला है। इसलिए भी क्या करो, ऐसी मत दीजै मेरे ठाकुर, 8 पहर तुद ध्याई। साडी माड़ी मत, साडी दुर्मत का नाश कर दो, ऐसी मत सानू दे दो, 8 पहर असी परमात्मा तेनों ध्याईए, 8 पहर असी तेनों ध्याईए। उठते बहते तुरते फिरते साडी रसना ते बस आही बोल आउंदे रहन, जिहदे नाल साडा जीवन भी नाम कहत गोबिंद का सूची पे। मैनू को बचन याद आ गया, दुनिया विच कोई भी चीज इहो जी नहीं जिहड़ी सुची होवे। मारे कहते माता झूठी पिता भी झूठा, झूठे ही फल लागे, आवे झूठे जावे झूठे, झूठे मरे अभागे, कहो रे पंडित कवन सुचा था। दसता सही पंडित केड़ी थां सुची है जिथे बैठ के भोजन खाइए बनाइए ते पकाइए। ते असी की कहने असी हाथ धोते बाणी का पाठ करना मत्था टेकना, पर माड़ा जा मुख नू आप फिर कहने भी झूठा हो गया, जा धो के दोबारे, फिर धो के आए, फिर माड़ा जा हथ लग्या कहना झूठा हो गया, धो के दोबारे। कोई इहो जी चीज है जिहदे नाल मुंह सुच्चा हो जाए, मुंह नाल कोई चीज लग जाए वो झूठी हो जाती है। पर कोई दुनिया ते इहो जी वस्तु है जिन्हों तुसी छको ते कह दईए मुंह ही सुच्चा हो गया साडा, साडी रसना सुची। महाराज कहते है मेरे कोल है, मैं तुहानू देंगा, परमात्मा दा नाम देंगा। महाराज कहते तेनू इहो जिहा गुरु दा शब्द, गुरु दा मंत्र देंगा, परमेश्वर दा नाम जपी। नाम जपण नाल जेड़ी ए रसना जेड़ी भी चीज नू लगे जिन्हों झूठी कर दिंदी सी, मैं तेनू इहो जी सुगात देंगा, तेरी रसना भी सुची हो जाएगी। नाम कहत गोबिंद का सुची पई रसना, तेरी रसना सुची हो जाएगी। जिन्हों लोग कहते हैं जी तो बहुत झूठी आ, इसलिए वो नाम सारियां दी रसना ते हर वेले आवे। जे रसना सुची करनी चाहुंदे आ, इसलिए उठते बहते क्या करो, वाहेगुरु 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 वाहेगुरु। सतगुरु कहते ये परमेश्वर का नाम है भाई, ये जपण नाल तेरी रसना भी सुची हो जाएगी, तेरा तन मन सुचा हो जाएगा, तेरा हृदय सुचा हो जाएगा, तेरे ज्ञान इंद्रे तेरे कर्म इंद्रे सुचे हो जाएंगे, तेरी अखां की दृष्टि ब्रह्म ज्ञान वाली दृष्टि बन जाएगी, तेरे कन्ना की सुन स्रोत इन्नी पवित्र हो जाएगी, तेरे कन जदों भी सुनगे रब्बी बाणी सुनगे, सत्संग विच बैठ के परमात्मा दीयां सिफतां सुनगे, ये लोकां दीयां गल्लां नहीं सुनगे। तेरी रसना इन्नी कहने च हो जाएगी ये किसी नूं माड़ा तां बोलेगी नहीं, जदों भी बोलेगी रब दे बोल बोलेगी। तेरे पैर इन्ने कहने विच आ जाणगे नाम जपण नाल, ये तैनूं कदे माड़े राहां ते, कदे मनमत दे राहां ते, कदे दुरमत दे राहां ते, कदे नशियां दे राहां ते नहीं लैके जाणगे। ये तैनूं जिहड़े कदम तेरे पैर ने ये जदों भी आउणगे परमात्मा दे घर विच ही लैके आउणगे। तेरे हत्थ इन्ने तेरे कहने विच हो जाणगे नाम जप जप के, कदे ये हत्थां नाल किसे दा तू हक खा के गल नहीं किसे दे बच्चों का कुटेगा, कदे ये हत्थां नाल किसे दे खिलाफ किसे दे नजायज माड़े तू साइन नहीं करेगा। ये हथ कदे किसे बंदे अगे नहीं फैलणगे, ये हथ जदों भी झोली अड्डणगे धन श्री गुरु ग्रंथ साहब महाराज दे अगे झोली अड्डणगे।
तेरा मन जेड़ा इन्ना अज शैतान बनया होया ना, जेड़ा कहना अमृत छकण की की लोड़ आ, अमृत वेले जागण की लोड़ आ, जपजी साहब रोज रोज पढ़न की की लोड़ आ, गुरु घर आउण दी रोज की लोड़ आ, ये गल्लां दे फायदे की ने? जेड़े इहो जिहियां गल्लां ये मन विचों जेड़े ख्याल निकल रहे आ कि मैं किसी धर्म नूं नहीं मानदा, मैं किसी रब नूं नहीं मानदा, मैं तां कुदरत नूं मानदा, जे इहो जिहियां तेरियां मन दे विचों एडियां नैगेटिव तरंगां निकल रहीआं, तू नाम जप के वेख, ये मन की दशा बदल जाएगी, ये मन की डायरैक्शन बदल जाएगी। जेड़ा अज मन कहंदा ना रब तां है ही नहीं, इहनूं सारियां विच रब दिसण लग पएगा। जेड़ा मन कहंदे थे कोई रब कोई गुरु नहीं, इत्थे जो करना आप ही करना पएगा, इहनूं समझ आ जाएगी इत्थे तां जो कुछ कर रहा करे करावे आपे आप, मानस क्या किछ ना ही आ, तैनूं समझ आ जाएगी कि रब कर रहा, परमात्मा कर रहा, गुरु आप विच वर्त के सब कुछ कर करा रहा है, मेरे कीतिਆਂ ते कुछ नहीं हो रहा। गल्लां समझ आ जाणगीਆਂ जदों मन तक परमेश्वर दा नाम पहुंचेगा। काले नहीं पैना, जल्दी नहीं करनी। मैं बेनती करा शर्तां ला के नहीं नाम जपना, दिनां दी समय दी कंडीशन रख के नाम नहीं जपना कि जी इन्ने घंटे इन्ने दिन नहीं। खुली खेड खेडो, हसन खेडण मन का चाहो, मन का सुभाव की हसना खेडना। इनू जबरन लाओगे नहीं लगेगा, इनू बिल्कुल ये वर्गे बन के ही ये चलिया जाना। हौली 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 इन्हें अपने आप उस लाइन ते आ जाना। 24 घंटिया 8 पैरों में जदों तुहाडे कोले समा लगदा, भैणां मातावां ने घरां विच काम करना हुंदा, जे उन्हां नूं कहीए भी तुसीं 4 ਤੋਂ 6 वजे तक माला ही फेरी जाओ तो उन्होंने बच्चे भी स्कूल भेजने आ, उन्होंने ब्रेकफास्ट तैयार करना, दुध चोना, जिहड़े घरां विच काम करदियां साडीआं मावां भैणां, उन्होंने होर घर दे बड़े छोटे छोटे काम हुंदे आ जिहड़े 8-9 वजे तक जाके हुंदे आ। उन्हां नूं दिने जदों समा लगे, हाँ जिहड़े वो सीरीयलां दे टाइम आ वो छड्डणे पैणे आ, उस टाइम दे विच वो बैठ के सिमरन करन, मैडिटेशन करन। जेड़ा समा उन्होंने फोनां लई रिजर्व रखिया हुंदा भी इन्ने तो इन्ने मैं गल्लां करनियां, वो समा बचा के परमात्मा दे नाम चलाउणा पएगा। उस समय दी सारी जिहड़ी आ उस समय दे विच काम बदलने पैणगे ते 8 पैरां जदों भी तुहाडे कोले समा। भाइयां कोल उन्होंने भी सारा दिन बाहर अंदर काम करना है, आराम भी चाहिए। जदों उन्हां कोले दुकान विच, ऑफिस विच, जिथे किते समा लगदा, गुरु घर विच आके उन्हां कोले समा मिलदा, दफ्तर विच उन्हां कोले कोई समा, जिथे भी समा उत्थे बैठ के जप लैण, उत्थे ध्यान ला लैण। वार वार ध्यान दे नाल गुरु ग्रंथ साहब नूं मत्था टेकण, कदे सिंह शहीदां मत्था टेको, कदे दरबार साहब मत्था टेको, कदे हजूर साहब मत्था टेको। तुसीं सुरत करके किन्ने स्थानां दे दर्शन कर लोगे। मेरे ख्याल परसों की गल है, फेसबुक ते एक न्यूज़ चल रही सी कि एक इंग्लैंड का बंदा, वो ईसाई है, क्रिश्चन है, वो कहना मैं हर रोज इंग्लैंड तो जाके अमृतसर मत्था टेकदा। बड़ी हैरान करने वाली गल। जिन्ना मर्जी कोई अमीर होवे, हर रोज किवें आवे ते किवें जावे, 24 घंटिया में अप डाउन औखा है। पहली गल तो 24 घंटिया में अप डाउन औखा, दूसरा पैसा कितना लगेगा। 9 हवाई जहाज उहदे अपने आ, बंदा अमीर है, पर हुण उहदी तुसीं भावना सुन के हैरान हो जाओगे। मैं सिर्फ उहदे ते सुन रहा सी वो न्यूज़। चलो तर्कवादी भी बहुत आ, जां कई इच्छा रखते हैं कि सानू भी इहो जिहा नुकता पता लगे ते असीं हर रोज अरदास विच तां कहने आ कि सिखां नूं अमृतसर साहब दे दर्शन इशनान बख्शो। सिख भावें अमृतसर च बैठा है, भावें मोहाली चंडीगढ़ च बैठा, भावें हजूर साहब बैठा है, पटना साहब बैठा है, दमदमा साहब बैठा, बंगला साहब के इर्द गिर्द बैठा, अरदास विच की कहंदा वो अमृतसर साहब के दर्शन इशनान बख्शो, क्योंकि साडा केंद्र ही तुर है। पर हुण जिहड़े सिख इन्नी दूर दूर बैठे किवें करना, आ हुण तुसीं गल सुन के हैरान हो जाना है। उहनूं फिर पुछिया जी दसो तां सही दर्शन किवें कर। जदों उहदे ड्राइंग रूम च बड़े, जिन्नी वड्डी कंध सी उन्नी ही वड्डी श्री हरमंदर साहब की तस्वीर लगी है। मैं नाले भी बेनती करदिआं, असीं तस्वीरां दे पुजारी नहीं। साडे गुरु साहिबाना, साडे शहीदां दियां, साडे भगतां दियां तस्वीरां साडे घरां च होण, लंघदे बढ़दे सानू दर्शन होण, साडे बच्चे तस्वीरां वेख के पुछणे, किसी घर विच किसी बजुर्ग की फोटो लगी होवे, आपां पुछ ही लैने जी कौन आ। अगला दादा जी है, साडे दादा जी ने, साडे परदादा जी ने, साडे पिता। जदों संतां भगतां महापुरुषां दे तस्वीरां साडे घरां च शहीदां दी आउणगीਆਂ ते कोई गैर धर्म दा बंदा आवे, कोई रिश्ते वो पुछेगा तां कौन ने। तस्वीर वेख के फिर जदों तुसीं दसोगे 2-4 मिनट ला के, वो दसदे तुहाडी सत्संग भी हो जाएगी। जदों उन्हां दी गल सुनाओगे, बचन सुनाओगे भी ये कौन ने, ये साडे शहीद ने, ये साडे महापुरुष ने, साडे संत ने, साडे भगत ने, साडे फलाने गुरु ने,
ਇਹ ਸਾਡੇ ਗੁਰੂ ਦੇ ਸਾਹਿਬਜ਼ਾਦੇ ਨੇ। ਜਦੋਂ ਤੁਸੀਂ ਉਹ 2-4 ਮਿੰਟ ਲਾ ਕੇ ਦਾਸਤਾਨ ਸੁਣਾਓਗੇ, ਉਹ ਸੁਣਾਉਂਦਿਆਂ ਸੁਣਾਉਂਦਿਆਂ ਤੁਹਾਡੇ ਰਸਨਾ ਤੋਂ ਕਿੰਨੇ ਸ਼ਬਦ ਗੁਰੂ ਪਰਮਾਤਮਾ ਦੀ ਉਸਤਤ ਦੇ ਨਿਕਲਣਗੇ, ਤੁਹਾਡੀ ਸਤਸੰਗ ਹੋ ਜਾਏਗੀ। ਉਸ ਕ੍ਰਿਸਚਨ ਨੇ ਕਿਹਾ, ਕਹਿੰਦਾ ਬੈਠੋ, ਆਓ ਮੈਂ ਤੁਹਾਨੂੰ ਵੀ ਲੈ ਕੇ ਚੱਲਦਾ ਹਰਿਮੰਦਰ ਸਾਹਿਬ। ਉਹ ਕਹਿੰਦਾ ਜੀ, ਉਹਨੇ ਚੌਂਕੜਾ ਮਾਰਿਆ, ਦਰਬਾਰ ਸਾਹਿਬ ਦੀ ਫੋਟੋ ਬਿਲਕੁਲ ਥੱਲੇ ਵੀ ਜ਼ਮੀਨ ਦੇ ਮਸਾਂ ਹੀ ਕੋਈ 1 ਫੁੱਟ ਤੋਂ ਵੀ ਘੱਟ ਉਚਾਈ ਨਾਲ ਹੋਏਗੀ, ਉੱਥੇ ਬੈਠਾ। ਉਹਨੇ ਨੇਤਰ ਬੰਦ ਕੀਤੇ, ਅੰਮ੍ਰਿਤ ਵੇਲੇ ਦਾ ਸਮਾਂ। ਉਹ ਕਹਿੰਦੇ ਜਿਵੇਂ ਹੀ ਨੇਤਰ ਬੰਦ ਕੀਤੇ, ਕੁਝ ਮਿੰਟ ਲੰਘੇ, ਕੋਈ 5-10 ਮਿੰਟ ਲੰਘੇ, ਦੇਖਦਿਆਂ ਦੇਖਦਿਆਂ ਉਹਦੇ ਚਿਹਰੇ ਦਾ ਨੂਰ ਕੁਛ ਹੋਰ ਹੋ ਗਿਆ, ਚਿਹਰੇ ਦਾ ਰੰਗ ਰੂਪ ਬਦਲ ਗਿਆ। ਉਹਦੇ ਚਿਹਰੇ ਤੇ, ਉਹਦੇ ਨੇਤਰਾਂ ਵਿੱਚ ਸਰੂਰ, ਨੇਤਰਾਂ ਵਿੱਚ ਅੰਮ੍ਰਿਤ ਜਲ ਭਰ ਗਿਆ। ਕੁਝ ਮਿੰਟਾਂ ਬਾਅਦ ਜਦੋਂ ਨੇਤਰ ਖੁੱਲੇ, ਕਹਿੰਦਾ ਲਓ ਜੀ ਮੈਂ ਹਰਿਮੰਦਰ ਸਾਹਿਬ ਜਾ ਆਇਆ। ਕਹਿੰਦਾ ਐਵੇਂ ਹੀ ਜਾਣਾ ਰੋਜ਼। ਤੇ ਉਹਨੇ ਨਾਲ ਫਿਰ ਸਵਾਲ ਕੀਤਾ, ਕਹਿੰਦਾ ਜੇ ਹਰਿਮੰਦਰ ਸਾਹਿਬ ਜਾ ਕੇ ਆਏ ਹੋ ਤਾਂ ਮੈਨੂੰ ਦੱਸੋ ਉੱਥੇ ਕੀਰਤਨ ਹੋ ਰਿਹਾ, ਕੀ ਹੋ ਰਿਹਾ? ਕਹਿੰਦਾ ਕੀਰਤਨ ਹੋ ਰਿਹਾ। ਕਿਹੜਾ ਸ਼ਬਦ ਪੜਿਆ ਜਾ ਰਿਹਾ? ਉਹਨਾਂ ਨੇ ਸ਼ਬਦ ਵੀ ਦੱਸ ਦਿੱਤਾ ਵੀ ਆਹ ਸ਼ਬਦ ਪੜਿਆ ਜਾ ਰਿਹਾ। ਉਸ ਵੇਲੇ ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਮੈਂ ਅੰਮ੍ਰਿਤਸਰ ਉਸੇ ਵੇਲੇ ਫੋਨ ਲਾ ਕੇ ਪੁੱਛਿਆ ਕਿ ਹੁਣ ਤੋਂ 5 ਮਿੰਟ ਪਹਿਲਾਂ ਸ਼ਬਦ ਕਿਹੜਾ ਚੱਲ ਰਿਹਾ ਸੀ। ਜਿਹੜਾ ਸ਼ਬਦ ਉਹਨੇ ਦੱਸਿਆ ਉਹੀ ਚੱਲ ਰਿਹਾ। ਹੁਣ ਉਹਦੀ ਸੁਰਤ ਦਾ ਲੈਵਲ ਕੀ ਹੋਏਗਾ, ਉਹਦੀ ਅਵਸਥਾ ਦਾ ਲੈਵਲ ਕੀ ਹੋਏਗਾ? ਇਹ ਫੇਸਬੁੱਕ ਤੇ ਪਈ ਆ, ਸੁਣ ਸਕਦੇ ਹੋ ਤੁਸੀਂ। ਇਹ ਕੋਈ ਆਪਾਂ ਜਗੋ ਤੇਰਵੀਂ ਗੱਲ ਨਹੀਂ ਸੁਣਾਈ, ਇਹ ਅਕਸਰ ਗੱਲਾਂ ਹੁੰਦੀਆਂ। ਜੇ ਭਾਈ ਗੋਂਦਾ ਕਾਬਲ ਵਿੱਚ ਬੈਠਾ ਗੁਰੂ ਹਰਿਰਾਏ ਸਾਹਿਬ ਦੇ ਚਰਨ ਘੁੱਟ ਕੇ ਫੜ ਲੈਂਦਾ ਹੈ, ਜੇ ਬਾਬਾ ਬਿਧੀ ਚੰਦ ਸਾਹਿਬ ਇੱਕ ਭੱਠ ਦੇ ਵਿੱਚ ਵੜਦਾ ਆਪਣਾ ਬਚਾਉਣ ਲਈ, ਗੁਰੂ ਹਰਗੋਬਿੰਦ ਸਾਹਿਬ ਮਲ ਵਿੱਚ ਬੈਠੇ ਕਹਿ ਰਿਹਾ ਜਲ ਭਰ ਭਰ ਕੇ ਲੈ ਕੇ ਆਓ, ਮੈਂ ਆਪਣੇ ਸਿੱਖ ਨੂੰ ਤਤੀ ਵਾਹ ਨਹੀਂ ਲੱਗਣ ਦੇਣੀ। ਇਹ ਤਾਂ ਬੜੀਆਂ ਆਮ ਗੱਲਾਂ ਨੇ, ਪਰ ਸਾਡੀ ਅਵਸਥਾ ਨਹੀਂ, ਤਾਂ ਸਾਨੂੰ ਲੱਗਦਾ ਵੀ ਇਹ ਕਿਵੇਂ ਹੋ ਸਕਦਾ। ਕਿਤੇ ਇਹੋ ਜਿਹਾ ਲੈਵਲ ਸਾਡਾ ਬਣੇ, ਕਿਤੇ ਇਹੋ ਜਿਹੀ ਅਵਸਥਾ ਬਣੇ, ਅਸੀਂ ਗੁਰੂ ਨੂੰ ਬਾਹਰੋਂ ਵੀ ਪਛਾਣ ਸਕੀਏ, ਅੰਦਰੋਂ ਵੀ ਵੇਖ ਸਕੀਏ, ਅੰਦਰੋਂ ਵੀ ਜੁੜ ਕੇ ਆਨੰਦ ਮਾਣੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਦਿਨ ਬੈਠੇ, ਕਹਿੰਦੇ ਮੈਂ ਵੇਖਾਂ ਤਾਂ ਸਹੀ, ਨੰਦ ਲਾਲ ਮੈਨੂੰ ਬਾਹਰੋਂ ਵੇਖਦਾ ਕਿ ਅੰਦਰੋਂ ਵੀ ਵੇਖਦਾ। ਗੱਲਾਂ ਤਾਂ ਬੜੇ ਕਮਾਲ ਦੀਆਂ ਕਰਦਾ। ਜਦੋਂ ਉਸਤਤ ਵਿੱਚ ਜੁੜਦਾ, ਇਹਦੇ ਨੇਤਰਾਂ 'ਚ ਤਰਪ ਤਰਪ ਕਰਕੇ ਜਲ ਚੋਂਦਾ। ਮੈਂ ਵੇਖਾਂ ਤਾਂ ਸਹੀ, ਅੰਦਰੋਂ ਵੀ ਗੁਰੂ ਨੂੰ ਸਮਝਦਾ, ਪਛਾਣਦਾ ਕਿ ਕਿਤੇ ਬਾਹਰੋਂ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਸ ਵਟਾਇਆ, ਕਲਗੀ ਲਾ ਦਿੱਤੀ, ਬਾਣਾ ਲਾ ਦਿੱਤਾ, ਇੱਕ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਦੁਪੱਟਾ ਡੱਬੀਆਂ ਵਾਲਾ ਬੰਨ ਲਿਆ, ਮੂੰਹ ਥੋੜਾ ਜਿਹਾ ਢੱਕ ਲਿਆ, ਚਿਹਰਾ। ਇੱਕ ਤਾਂ ਨੰਦ ਲਾਲ ਨੂੰ ਵੇਖਣ ਚੱਲਿਆ, ਦੂਜਾ ਅੱਜ ਵੇਖਣ ਚੱਲਿਆ ਲੰਗਰਾਂ ਦੀ ਮਰਿਆਦਾ ਕਿਵੇਂ ਚੱਲ ਰਹੀ ਹੈ। ਉਸ ਵੇਲੇ 13 ਲੰਗਰ ਚੱਲਦੇ ਆ ਅਨੰਦਪੁਰ ਸਾਹਿਬ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸ਼ਰੀਰ ਕਾਲ ਵਿੱਚ ਨੇ। ਕਿੰਨੀ ਸੰਗਤ ਹੋਏਗੀ। 13 ਲੰਗਰਾਂ ਦੇ ਵਿੱਚ ਲੰਗਰ ਪੂਰਾ ਆਉਂਦਾ। ਉਹਨਾਂ 'ਚ ਇੱਕ ਲੰਗਰ ਭਾਈ ਨੰਦ ਲਾਲ ਜੀ ਦਾ। ਮਹਾਰਾਜ ਲੰਗਰਾਂ 'ਚ ਕਹਿੰਦੇ ਆ ਭਾਈ ਕਿਵੇਲੇ ਗਏ ਕਿ ਮੈਨੂੰ ਭੁੱਖ ਲੱਗੀ ਆ, ਦੂਰੋਂ ਆਇਆ, ਪ੍ਰਸ਼ਾਦਾ ਕੋਈ ਬੜੇ ਮਾੜੇ ਚੰਗੇ ਸ਼ਬਦ ਕਹੇ ਕਿ ਤੈਨੂੰ ਪਤਾ ਨਹੀਂ ਇਸ ਵੇਲੇ ਤਾਂ ਸਾਰੀ ਸਮਾਪਤੀ ਹੋ ਗਈ, ਹੁਣ ਤੇਰੇ ਵਰਗਿਆਂ ਵਾਸਤੇ ਅਸੀਂ ਬੈਠੇ ਰਹੀਏ। ਬੜੀਆਂ ਇਹੋ ਜਿਹੀਆਂ ਗੱਲਾਂ। ਮਹਾਰਾਜ ਅਗਲੇ ਲੰਗਰ 'ਚ ਹੋ ਜਾ ਕਰਨ। ਜਦੋਂ ਭਾਈ ਨੰਦ ਲਾਲ ਦੇ ਲੰਗਰ 'ਚ ਗਏ, ਗੁਰੂ ਦਾ ਬਚਨ ਸੀ ਜਿਹੜਾ ਵੀ ਆਵੇ, ਜਿਹੋ ਜਿਹਾ ਵੀ ਤੁਹਾਡੇ ਕੋਲੇ ਕੱਚਾ ਪੱਕਾ ਹੈ, ਉਹਨੂੰ ਖਾਲੀ ਨਹੀਂ ਮੋੜਨਾ ਦੇਣਾ ਹੈ। ਗੁਰੂ ਦੇ ਬਚਨ ਯਾਦ ਆ ਗਏ। ਮਹਾਰਾਜ ਸਾਹਿਬ ਨੇ ਕਿਹਾ ਹੁਣ ਗੁਰੂ ਸਾਹਿਬ ਦੇ ਬਚਨ ਤੇ ਇੱਕ ਆਮ ਸੰਸਾਰੀ ਦੇ ਬੋਲ ਫਰਕ ਬਹੁਤ ਹੈ। ਗੁਰੂ ਕੀ ਹੈ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਗੁਰੂ ਦੇ ਤਾਂ ਇੱਕ ਬਚਨ ਵਿੱਚ ਇੰਨੀ ਕਸ਼ਿਸ਼ ਹੈ, ਜਦੋਂ ਉਹ ਬੋਲਦਾ ਸੁਣਨ ਵਾਲੇ ਦਾ ਮਨ ਖਿੱਚਿਆ ਜਾਂਦਾ। ਨਮੋ ਸਰਵ ਕ੍ਰਿਸ਼ਨ, ਗੁਰੂ ਆਪਣੇ ਵੱਲ ਖਿੱਚਦਾ, ਖਿੱਚੀ ਮੈਗਨੇਟ ਸਿਸਟਮ ਹੈ। ਜਦੋਂ ਕੋਈ ਭਾਵਨਾ ਨਾਲ ਚੱਲੇ ਨਾ, ਤੇ ਆਪਾਂ ਕਈ ਬੜੇ ਸੁਣੇ ਹੋਣਗੇ, ਕਹਿੰਦੇ ਜੀ ਗਏ ਤਾਂ ਮੱਥਾ ਟੇਕਣੀ ਸੀ ਪਰ ਗੁਰੂ ਦੇ ਹੋ ਕੇ ਰਹਿ ਗਏ। ਗੁਰੂ ਨੇ ਖਿੱਚ ਲਿਆ, ਗੁਰੂ ਨੇ ਜੀਵਨ ਬਦਲ ਲਿਆ। ਭਾਈ ਨੰਦ ਲਾਲ ਦੇ ਲੰਗਰ 'ਚ ਮਹਾਰਾਜ ਕਹਿੰਦੇ ਬਈ ਦੂਰੋਂ ਆਇਆ, ਭੁੱਖ ਲੱਗੀ ਆ, ਥੱਕਿਆ, ਕੋਈ ਲੰਗਰ? ਉਹਨਾਂ ਕਿਹਾ ਜੀ ਬੈਠੋ, ਜੀ ਆਇਆਂ ਨੂੰ, ਤੁਸੀਂ ਬੜੀ ਉਮੀਦ ਨਾਲ ਮੇਰੇ ਗੁਰੂ ਘਰ ਵਿੱਚ, ਮੇਰੇ ਗੁਰੂ ਦੇ ਘਰ 'ਚ ਆਇਓ, ਮੈਂ ਜਿਹੋ ਜਿਹਾ ਵੀ ਹੈ ਮੈਂ ਤੁਹਾਡੀ ਝੋਲੀ ਪਾਵਾਂਗਾ, ਮੈਂ ਖਾਲੀ ਨਹੀਂ ਜਾਣ ਦਿਆਂਗਾ। ਹੁਣ ਜਿਹੋ ਜਿਹਾ ਕੱਚਾ ਪੱਕਾ ਜਦੋਂ ਫੜਾਉਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਬਾਰਕ ਆਪਣੇ ਹੱਥ ਅੱਗੇ ਕੀਤੇ। ਭਾਈ ਨੰਦ ਲਾਲ ਹੁਣ ਗੁਰੂ ਸਾਹਿਬ ਵੇਖ ਰਹੇ ਆ ਵੀ ਅੰਦਰੋਂ ਵੀ ਸਮਝਦਾ ਕਿ ਬਾਹਰੋਂ ਕੱਲੇ ਪਹਿਰਾਵੇ ਕਰਕੇ ਜੁੜਿਆ, ਕੱਲੇ ਪਹਿਰਾਵੇ ਕਰਕੇ ਤਾਂ ਨਹੀਂ ਮੱਥਾ ਟੇਕ ਜਾਂਦਾ, ਅੰਦਰੋਂ ਵੀ ਇਹਨੂੰ ਕੋਈ ਪਹਿਚਾਣ ਹੈ ਮੇਰੀ। ਜਦੋਂ ਹੱਥ ਭਾਈ ਨੰਦ ਲਾਲ ਸੋਚ ਰਿਹਾ ਵੀ ਇਹ ਹੱਥ ਕਿਤੇ ਦੇਖੇ ਲੱਗਦੇ ਆ, ਜਦੋਂ ਹੱਥ ਤੇ, ਔਰ ਮਹਾਰਾਜ ਸਾਹਿਬ ਨੇ ਥੋੜੇ ਜਿਹੇ ਨੇਤਰ ਤਾਂ ਕਰਕੇ ਤੱਕਿਆ,
ਹੁਣ ਗੁਰੂ ਦੀ ਨਜ਼ਰ ਤਾਂ ਐਡੀ ਕਮਾਲ ਦੀ ਆ, ਨਾਨਕ ਨਜ਼ਰੀ ਨਜ਼ਰ ਨੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਨਜ਼ਰ ਪਵੇ, ਅੰਦਰ ਝਰਨਾਟ ਨਾ ਛਿੜੇ, ਲੂ ਕੰਡਾ ਨਾ ਖੜਾ ਹੋਵੇ, ਹੋ ਹੀ ਨਹੀਂ ਸਕਦਾ। ਬਾਦਸ਼ਾਹ ਦਰਵੇਸ਼ ਭਾਈ ਨੰਦ ਲਾਲ ਦੇ ਅੰਦਰੋਂ ਹੀ ਆਵਾਜ਼ ਆਈ, ਮਨਾ ਇਹਦਾ ਲਿਬਾਸ ਹੀ ਦਰਵੇਸ਼ਾਂ ਵਾਲਾ, ਇਹ ਕੋਈ ਬਾਦਸ਼ਾਹ ਲੱਗ ਰਿਹਾ, ਇਹਨੇ ਲਿਬਾਸ ਹੀ ਅੱਜ ਗਰੀਬਾਂ ਤੇ ਦਰਵੇਸ਼ਾਂ ਵਾਲਾ ਪਾਇਆ ਹੋਇਆ, ਇਹਦੇ ਅੰਦਰ ਤਾਂ ਕੋਈ ਬਾਦਸ਼ਾਹਤ ਚੱਲ ਰਹੀ ਹੈ। ਕਿਤੇ ਮੈਂ ਧੋਖਾ ਨਾ ਖਾ ਜਾਵਾਂ, ਕਿਤੇ ਮੈਂ ਠੱਗਿਆ ਨਾ ਜਾਵਾਂ, ਕਿਤੇ ਕੋਈ ਗਲਤੀ ਨਾ ਹੋ ਜਾਏ, ਇਹ ਤਾਂ ਮੈਨੂੰ ਕੋਈ ਬਾਦਸ਼ਾਹ ਜਾਪਦਾ ਹੈ। ਜਦੋਂ ਟਿਕ ਟਿਕੀ ਲਾ ਕੇ ਗੌਰ ਨਾਲ ਵੇਖਿਆ, ਪ੍ਰਸ਼ਾਦੇ ਬਣਾਉਣ ਲੱਗੇ ਦੇ ਹੱਥ ਰੁਕ ਗਏ, ਮਹਾਰਾਜ ਸਾਹਿਬ ਨੇ ਹੱਥ ਐਵੇਂ ਕੀਤੇ ਹੋਇਆ, ਤੇ ਨੰਦ ਲਾਲ ਸਾਹਿਬ ਦੇ ਅੰਦਰੋਂ ਆਵਾਜ਼ ਆਈ, ਹੈ ਕੋਈ ਹੋਰ ਨਹੀਂ, ਤੇਰਾ ਗੁਰੂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਨੰਦ ਲਾਲ ਦੇ ਨੇਤਰਾਂ 'ਚ ਜਲ ਆਇਆ, ਤੇ ਨਾਲ ਹੀ ਸ਼ਬਦ ਕਹੇ, ਪਾਤਸ਼ਾਹ ਤੂੰ ਸਾਰਿਆਂ ਤੋਂ ਪਰਦਾ ਕਰ ਸਕਦਾ, ਪਰ ਮੇਰੇ ਤੋਂ ਨਹੀਂ। ਤੂੰ ਸਾਰਿਆਂ ਤੋਂ ਲੁਕ ਸਕਦਾ, ਮੇਰੇ ਤੋਂ ਨਹੀਂ। ਨੰਦ ਲਾਲ ਤਾਂ ਜਿਉਂਦੇ ਹੀ ਤੇਰੇ ਸਾਹਾਂ ਵਿੱਚ ਸਾਹ ਲੈ ਕੇ ਆ। ਨੰਦ ਲਾਲ ਦੇ ਅੰਦਰ ਜਿਹੜੇ ਸਾਹ ਨੇ ਉਹ ਤੇਰੇ ਦਿੱਤੇ ਹੀ ਤਾਂ ਚੱਲ ਰਹੇ ਆ। ਸਾਰਿਆਂ ਤੋਂ ਤੂੰ ਪਰਦਾ ਕਰ ਸਕਦਾ, ਪਰ ਮੇਰੇ ਤੋਂ ਪਰਦਾ ਨਹੀਂ ਕਰ ਸਕਦਾ। ਮੈਂ ਤਾਂ ਮਿੱਟੀ ਨੂੰ ਵੀ ਇਹ ਅਰਦਾਸ ਕੀਤੀ, ਹਵਾ ਨੂੰ ਅਰਦਾਸ ਕੀਤੀ ਕਿ ਗੁਰੂ ਦਰੋਂ ਨਾ ਚੁੱਕ ਲਿਜਾਵੀਂ, ਮੇਰੀ ਖਾਕ ਹਵਾਏ, ਨਹੀਂ ਤਾਂ ਲੋਕ ਵੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾਏ। ਮੈਂ ਤਾਂ ਚੱਲ ਰਹੀ ਤੇਜ਼ ਹਵਾ ਨੂੰ ਵੀ ਕੋਸ ਕੇ ਕਹਿ ਰਿਹਾ, ਹਵਾ ਜਦੋਂ ਮੇਰਾ ਸਰੀਰ ਚੜਾਈ ਕਰ ਗਿਆ, ਮੇਰਾ ਸਰੀਰ ਖਾਕ ਬਣ ਗਿਆ, ਰਾਖ ਬਣ ਗਿਆ, ਉਦੋਂ ਸੰਭਲ ਕੇ ਚੱਲੀ, ਕਿਤੇ ਇਹ ਨਾ ਹੋਵੇ ਤੂੰ ਆਪਣੇ ਤੇਜ਼ ਵਹਿਣ ਵਿੱਚ ਮੇਰੀ ਖਾਕ ਉਡਾ ਕੇ ਲੈ ਜਾ, ਕਿਸੇ ਹੋਰ ਦੇ ਬੂਹੇ ਤੇ ਸਿੱਟ ਦੇ ਮੈਨੂੰ, ਲੋਕ ਤਾਨੇ ਮਾਰਨਗੇ। ਕਾਹਦਾ ਨੰਦ ਲਾਲ ਸਿੱਖ ਹੈ, ਆਹ ਵੇਖ ਮਰਨ ਤੋਂ ਬਾਅਦ ਕਿਵੇਂ ਦਰ ਦਰ ਤੇ ਰੁਲਦਾ ਫਿਰਦਾ। ਮੇਰਾ ਤਾਂ ਇੰਨਾ ਲਗਾਵ, ਇੰਨਾ ਸਨੇਹ ਹੈ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੈਂ ਇਹੀ ਵੇਖਣਾ ਸੀ ਨੰਦ ਲਾਲ, ਕਿਤੇ ਬਾਹਰੋਂ ਤੇ ਨਹੀਂ ਜੁੜਿਆ, ਅੰਦਰੋਂ ਵੀ ਜੁੜਿਆ ਹੋਇਆ, ਤੈਨੂੰ ਅੰਦਰੋਂ ਵੀ ਮੇਰੇ ਨਾਲ ਲਗਾਵ ਹੈ। ਸਾਡੀ ਇਹੋ ਜੀ ਅੰਦਰੋਂ ਗੁਰੂ ਨਾਲ ਅਟੈਚਮੈਂਟ, ਗੁਰੂ ਨਾਲ ਸੰਬੰਧ ਸਾਂਝ ਹੋਣੀ ਚਾਹੀਦੀ ਆ। ਸਾਨੂੰ ਪਤਾ ਲੱਗ ਜਾਏ ਕਿ ਇਹ ਬੋਲ ਮੇਰੇ ਗੁਰੂ ਦੇ ਆ, ਕਿ ਇਹ ਕਿਸੇ ਹੋਰ ਦੇ ਆ, ਇਹ ਸ਼ਬਦ ਮੇਰੇ ਗੁਰੂ ਦੇ ਆ ਜਾਂ ਕਿਸੇ ਹੋਰ ਦੇ ਆ। ਆਹ ਮੈਨੂੰ ਸ਼ਬਦ ਮੇਰਾ ਗੁਰੂ ਦੱਸ ਰਿਹਾ ਜਾਂ ਕੋਈ ਹੋਰ ਦੱਸ ਰਿਹਾ, ਇੰਨੀ ਕੁ ਤਾਂ ਸਮਝ ਹੋਵੇ। ਦਸੇ ਗੁਰੂ ਸਾਹਿਬਾਨਾਂ ਨੇ ਬੋਲ ਬੋਲ ਕੇ ਸਾਨੂੰ ਰੱਬ ਦੇ ਸ਼ਬਦਾਂ ਸਾਡੇ ਸਾਹਮਣੇ ਰੱਖੇ, ਐਡਾ ਵੱਡਾ ਥਾਲ ਗਿਆਨ ਦਾ ਪਰੋਸ ਕੇ ਸਾਡੇ ਸਾਹਮਣੇ ਰੱਖਿਆ। ਦਸੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ, ਬਾਣੀ ਨੂੰ ਮੱਥਾ ਟੇਕ ਕੇ ਕਹਿ ਦਿੱਤਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੇਵੜ ਅਵਰ ਨਾ ਕੋਇ, ਦਸਵੇਂ ਪਾਤਸ਼ਾਹ ਨੇ ਕਿਹਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਭਾਈ, ਇਸ ਗ੍ਰੰਥ ਨੂੰ ਮੰਨਣਾ, ਇਹਨੂੰ ਮੱਥਾ ਟੇਕਣਾ, ਇਹਦੀ ਗੱਲ ਸੁਣਨੀ, ਇਹਦੇ ਉਪਦੇਸ਼ ਨੂੰ ਸੁਣਨਾ, ਸਮਝਣਾ ਤੇ ਕਮਾਉਣਾ, ਕਿਉਂਕਿ ਇਹਦੇ ਸ਼ਬਦ ਤੁਹਾਨੂੰ ਪਰਮਾਤਮਾ ਦੇ ਘਰ ਲੈ ਜਾਣਗੇ। ਤਾਂ ਮਹਾਰਾਜ ਕਹਿ ਰਿਹਾ, ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਕ ਨਿਵਾਸੀ। ਸਰਬਦਾ ਦਾ ਅਰਥ ਹੁੰਦਾ ਸਦਾ, ਰਿੱਧ ਸਿੱਧਕ ਰਿੱਧੀਆਂ ਸਿੱਧੀਆਂ ਆਤਮਿਕ ਤਾਕਤਾਂ, ਬਾਹਰਲੇ ਪਦਾਰਥ ਵੀ, ਆਤਮਿਕ ਤਾਕਤਾਂ ਵੀ, ਅੰਦਰ ਇੰਨੇ ਗੁਣ, ਇੰਨੀ ਤਾਕਤ ਬਣ ਜਾਣੀ। ਸਰਮੱਧ ਫਕੀਰ ਨੂੰ ਕਤਲ ਕਰਨ ਵੇਲੇ ਜਦੋਂ ਕੋਈ ਆਇਆ ਸੀ, ਕਿਸੇ ਹੋਰ ਦੇਸ਼ ਦੇ ਰਾਜੇ ਨੇ ਇੱਕ ਕਾਗਜ਼ ਤੇ ਲਿਖ ਕੇ ਭੇਜਿਆ ਔਰੰਗਜ਼ੇਬ ਦੇ ਦਰਬਾਰ ਵਿੱਚ ਕਿ ਸਬਰ ਤੇ ਸ਼ੁਕਰ ਦੇ ਅਰਥ ਪੁੱਛ ਕੇ ਉਹ ਕੀ ਹੁੰਦੇ ਆ। ਔਰੰਗਜ਼ੇਬ ਦੇ ਕੋਲੇ ਤਾਂ 1400 ਵਿਦਵਾਨ ਬੈਠਾ ਹੁੰਦਾ ਹੈ, ਬੜੇ ਪੀਰ ਫਕੀਰ ਉਹਦੇ ਦਰਬਾਰ 'ਚ, ਤੇ ਬੜੇ ਪੀਰਾਂ ਫਕੀਰਾਂ ਨੂੰ ਉਹਨੇ ਕੈਦ ਵੀ ਕੀਤਾ ਹੋਇਆ। ਉਦੋਂ ਇਹ ਅਰਥ ਸਮਝ ਆ ਜਾਣਗੇ ਹੁੰਦੇ ਕੀ ਆ। ਤਾਂ ਉਸ ਰਾਜੇ ਦੇ ਸਿਪਾਹੀ ਜਦੋਂ ਅਰਥ ਪੁੱਛਣ ਆਏ, ਔਰੰਗਜ਼ੇਬ ਨੇ ਸਾਰੇ ਦਰਬਾਰਿਆਂ ਨੂੰ ਪੁੱਛਿਆ, ਕਿਸੇ ਤੋਂ ਤਸੱਲੀ ਨਾ ਹੋਈ, ਕਹਿੰਦਾ ਇੱਕ ਸਰਮੱਧ ਫਕੀਰ ਜਿਹੜਾ ਆਪਾਂ ਕੈਦ ਕੀਤਾ ਉਹਨੂੰ ਵੀ ਪੁੱਛ ਲਓ। ਰਿੱਧੀਆਂ ਸਿੱਧੀਆਂ ਆਤਮਿਕ ਤਾਕਤਾਂ ਕੀ ਹੁੰਦੀਆਂ ਨੇ, ਇਹ ਆ ਜਾਂਦੀਆਂ ਨੇ, ਸੰਭਾਲਣਾ ਸਭ ਤੋਂ ਵੱਡੀ ਔਖੀ ਗੱਲ ਹੈ। ਸਰਮੱਧ ਫਕੀਰ ਦੇ ਤਨ ਤੇ ਕੱਪੜਾ ਕੋਈ ਨਹੀਂ, 8 ਪਹਿਰਾਂ ਬਾਅਦ ਨੂਣ ਵਾਲਾ ਪਾਣੀ ਮਿਲਦਾ ਹੈ, ਇੱਕ ਰੋਟੀ ਦਾ ਚੌਥਾ ਹਿੱਸਾ ਖਾਣ ਵਾਸਤੇ ਮਿਲਦਾ ਹੈ। ਰੋਟੀ ਵੀ ਸੂਸੜ ਦੀ ਬਣੀ ਹੁੰਦੀ ਹੈ, ਕੋਈ ਆਮ ਪ੍ਰਸ਼ਾਦਾ ਨਹੀਂ ਹੁੰਦਾ, ਕੋਈ ਦਾਲ ਸਬਜ਼ੀ ਕੁਛ ਨਹੀਂ ਹੈ। ਤੇ ਜਦੋਂ ਉਹਦੇ ਸਾਹਮਣੇ ਆਏ, ਉਹਨੇ ਕਿਹਾ ਮੇਰਾ ਇਸ਼ਨਾਨ ਕਰਾਓ, ਫਿਰ ਦੱਸਾਂਗਾ। ਇਸ਼ਨਾਨ ਕਰਾਇਆ ਗਿਆ। ਉਹਨੇ ਕਿਹਾ ਨੇਤਰ ਬੰਦ ਕਰੋ, ਫਿਰ ਸੌਖੇ ਸਮਝ ਆ ਜਾਣਗੇ। ਬ੍ਰਹਮ ਗਿਆਨੀ ਕੋਲੇ ਤਾਕਤਾਂ ਹੁੰਦੀਆਂ ਨੇ, ਉਹ ਤੁਹਾਨੂੰ ਬ੍ਰਹਿਮੰਡ ਦੇ ਦਰਸ਼ਨ ਕਰਾ ਸਕਦਾ ਹੈ। ਉਹ ਸਾਰੀਆਂ ਰੱਬੀ ਦੇਵੀ ਤਾਕਤਾਂ, ਦੇਵੀ ਰੂਹਾਂ ਦੇ ਦਰਸ਼ਨ ਕਰਾ ਸਕਦਾ, ਕੁਝ ਵੀ ਕਰ ਸਕਦਾ, ਕਿਉਂਕਿ ਬ੍ਰਹਮ ਚ ਲੀਨ ਹੋ ਗਿਆ।
ਇਸ਼ਨਾਨ ਕੀਤਾ। ਜਿਹੜੇ ਆਏ ਸਨ ਸਪਾਸਲਾਰ, ਉਹਨਾਂ ਦੇ ਨੇਤਰ ਬੰਦ ਕੀਤੇ। ਜਦੋਂ ਸਰਮਦ ਫਕੀਰ ਦੀ ਤਾਕਤ ਨੂੰ ਤੱਕਿਆ, ਉੱਥੇ ਦੇਵੀ ਦੇਵਤੇ, ਔਲੀਏ, ਪੀਰ ਫਕੀਰ ਆਲੇ ਦੁਆਲੇ ਹੱਥ ਜੋੜ ਕੇ ਖੜਿਆ। ਸਰਮਦ ਫਕੀਰ, ਇੱਕ ਵਾਰ ਆਗਿਆ ਦੇ, ਜਿਹੜੇ ਔਰੰਗਜ਼ੇਬ ਨੇ ਤੈਨੂੰ ਕੈਦ ਵਿੱਚ ਰੱਖਿਆ ਹੋਇਆ, ਇੱਕ ਸਕਿੰਟ ਵਿੱਚ ਇਹਦਾ ਤਖਤ, ਤਾਜ, ਸਾਰਾ ਕੁਝ, ਰਾਜ ਭਾਗ ਤਬਾਹ ਕਰ ਦਿਆਂਗੇ। ਇੱਕ ਵਾਰ ਹੁਕਮ ਕਰ, ਇੱਕ ਵਾਰ ਹੁਕਮ ਕਰ। ਇੰਨੀ ਵੱਡੀ ਤਾਕਤ, ਇੰਨੀ ਵੱਡੀ ਤਾਕਤ ਹੋਣ ਤੋਂ ਬਾਅਦ ਸਾਰੇ ਵਾਰ-ਵਾਰ ਕਹਿ ਰਿਹਾ ਹੁਕਮ ਕਰ, ਲੇਕਿਨ ਸਰਮਦ ਫਕੀਰ ਕੇ ਕਹਿ ਰਿਹਾ ਨਹੀਂ, ਪਤਾ ਨਹੀਂ ਰੱਬ ਦੀ ਰਜ਼ਾ ਹੀ ਮੈਨੂੰ ਕੈਦ ਵਿੱਚ ਰੱਖਣਾ ਹੋਵੇ, ਮੈਂ ਰੱਬ ਦਾ ਸ਼ਰੀਕ ਨਹੀਂ ਬਣਨਾ। ਮੈਂ ਇਸ ਤਾਕਤ ਦੀ ਦੁਰਵਰਤੋਂ ਨਹੀਂ ਕਰਨੀ ਹੈ, ਕਿਸੇ ਦੇ ਭਲੇ ਲਈ ਤਾਂ ਵਰਤਾਂਗਾ। ਮੈਨੂੰ ਰੱਬ ਨੇ ਜੇ ਇੰਨੀਆਂ ਤਾਕਤਾਂ ਦਿੱਤੀਆਂ, ਉਹਨੇ ਸਬਰ ਵੀ ਦਿੱਤਾ ਹੋਇਆ। ਮੈਂ ਇੰਨੀਆਂ ਤਾਕਤਾਂ ਕੋਲ ਹਾਸਲ ਕਰਕੇ ਵੀ ਉਹਦੇ ਸਬਰ ਵਿੱਚ ਬੈਠਾ ਕਿ ਮੈਂ ਇਹਨਾਂ ਦੀ ਦੁਰਵਰਤੋਂ ਨਹੀਂ ਕਰ ਰਿਹਾ। ਇੱਥੇ ਮਾੜੀ ਜੀ ਕਿਸੇ ਕੋਲੇ ਕੋਈ ਗੱਲ ਆ ਜਾਏ, ਉਹ ਕਹਿੰਦਾ ਮੈਂ ਤੇਰਾ ਆਹ ਕਰ ਦੂੰ, ਮੈਂ ਤੇਰਾ ਉਹ ਕਰ ਦੂੰ। ਵਾਰ ਸ਼ਰਾਬਾਂ ਦੇ ਨਾਂ ਤੇ ਦੁਨੀਆ ਨੂੰ ਡਰਾਈ ਜਾਂਦਾ, ਜਦ ਕੋਲੇ ਪੱਲੇ ਵੀ ਕੁਝ ਨਹੀਂ ਹੁੰਦਾ। ਜਿਹੜੇ ਇੰਨੀਆਂ ਤਾਕਤਾਂ ਲੈ ਕੇ, ਉਹਨੇ ਕਿਹਾ ਸਬਰ ਇਹੀ ਹੁੰਦਾ, ਇੰਨੀ ਤਾਕਤ ਰੱਖ ਕੇ ਵੀ ਸਬਰ ਨਾਲ ਬਹਿਣਾ, ਉਜਾਗਰ ਨਹੀਂ ਕਰਨਾ, ਦੁਨੀਆ 'ਚ ਸ਼ੋਰ ਸ਼ਰਾਬਾ ਨਹੀਂ ਕਰਨਾ। ਤੇ ਉਹਨੂੰ ਛਕਣ ਲਈ ਕੀ ਹੈ? ਨੂਣ ਦਾ ਪਿਆਲਾ, ਇੱਕ ਰੋਟੀ ਦਾ ਚੌਥਾ ਹਿੱਸਾ, ਜਿਹੜਾ ਕੁਝ ਮਿਲਦਾ ਉਹੀ ਛਕ ਕੇ ਉਹ ਕਹਿੰਦਾ ਰੱਬਾ ਤੇਰਾ ਸ਼ੁਕਰ ਹੈ ਜੋ ਤੂੰ ਛਕਣ ਲਈ ਦਿੱਤਾ। ਸਾਡੇ ਤੋਂ ਤਾਂ 36 ਪਦਾਰਥ ਖਾ ਕੇ ਸ਼ੁਕਰ ਨਹੀਂ ਹੁੰਦਾ। ਹਰ ਰੋਜ਼ ਸਵੇਰੇ ਕੁਝ, ਦੁਪਹਿਰੇ ਕੁਝ, ਸ਼ਾਮ ਨੂੰ ਕੁਝ, ਇੰਨਾ ਕੁਝ ਖਾ ਕੇ ਵੀ ਅਸੀਂ ਸ਼ੁਕਰ ਨਹੀਂ, ਨੁਕਸ ਹੀ ਕੱਢਦੇ ਰਹਿੰਦੇ। ਇਹ 'ਚ ਨੂਣ ਘੱਟ ਹੈ, ਇਹ 'ਚ ਮਿਰਚ ਵੱਧ ਹੈ, ਇਹ 'ਚ ਮਿੱਠਾ ਨਹੀਂ ਪਾਇਆ, ਇਹ 'ਚ ਆਹ ਕਰਤਾ, ਇਹ 'ਚ ਉਹ ਕਰਤਾ। ਸਾਡੇ ਕੋਲੇ ਨੁਕਸ ਨੇ, ਪਰ ਉਹ ਰੱਬ ਦਾ ਸ਼ੁਕਰਾਨਾ ਨਹੀਂ। ਸਰਮਦ ਫਕੀਰ ਨੂਣ ਪਾਣੀ ਦਾ ਪਿਆਲਾ ਪੀ ਕੇ ਵੀ ਸ਼ੁਕਰਾਨਾ ਕਰਦੇ ਆ। ਸਬਰ ਸ਼ੁਕਰ ਦੀਆਂ ਇਹ ਅਵਸਥਾਵਾਂ ਨੇ ਜਿਹਨੂੰ ਰੱਬ ਰਿੱਧੀਆਂ ਸਿੱਧੀਆਂ ਤਾਕਤਾਂ, ਆਤਮਿਕ ਤਾਕਤਾਂ ਦਿੰਦਾ, ਨਾਲ ਸਬਰ ਦਾ ਗੁਣ ਵੀ ਹੁੰਦਾ ਉਹਦੇ ਕੋਲ। ਉਹ ਇਸ ਐਡੀ ਵੱਡੀ ਤਾਕਤ ਨੂੰ ਝੱਲਣ ਵਾਲਾ, ਕਿਉਂਕਿ ਸ਼ੇਰਨੀ ਦਾ ਦੁੱਧ ਵੀ ਕਹਿੰਦੇ ਨੇ ਸੋਨੇ ਦੇ ਭਾਂਡੇ 'ਚ ਟਿਕਦਾ, ਦੂਜੇ ਭਾਂਡਿਆਂ 'ਚੋਂ ਛੇਦ ਕਰਕੇ ਨਿਕਲ ਜਾਂਦਾ। ਰੱਬ ਦਾ ਨਾਮ, ਰੱਬ ਦੀਆਂ ਤਾਕਤਾਂ, ਰੱਬ ਦੇ ਗੁਣ ਤਾਂ ਉਸ ਤੋਂ ਵੀ ਕੀਮਤੀ ਤੇ ਮਹਿੰਗੇ ਨੇ, ਵਡਮੁੱਲੇ ਨੇ। ਉਹਨੂੰ ਸੰਭਾਲਣ ਲਈ ਤੇਰੇ ਕੋਲੇ ਭਾਂਡਾ ਚਾਹੀਦਾ। ਵਾਹਿਗੁਰੂ ਸਦਾ ਹੀ ਰਿੱਧੀਆਂ ਸਿੱਧੀਆਂ ਜਿਹੜਾ ਹੈ ਉਹਦੇ 'ਚ ਨਿਵਾਸ ਰੱਖਦੀਆਂ, ਉਹ ਰਿੱਧੀਆਂ ਸਿੱਧੀਆਂ 'ਚ ਨਿਵਾਸ ਰੱਖਦਾ। ਜਿਹੜਾ ਰੱਬ ਦਾ ਬਣ ਜਾਂਦਾ, ਇਹ ਰਿੱਧ ਸਿੱਧ ਨਾਵੈ ਕੀ ਗੋਲੀ। ਨਾਮ ਜਪਣ ਵਾਲਿਆਂ ਦੀਆਂ ਪ੍ਰਭ ਕੈ ਸਿਮਰਨ, ਰਿੱਧ ਸਿੱਧ ਨੌ ਨਿੱਧ, ਇਹ ਸਭ ਕੁਝ ਉਹਨੂੰ ਮਿਲ ਜਾਂਦਾ ਹੈ। ਤੂੰ ਸਭ ਆਤਮਿਕ ਸ਼ਕਤੀਆਂ ਦਾ ਘਰ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਪਰਮਾਤਮਾ ਭਾਈਆ ਰਿੱਧੀਆਂ ਸਿੱਧੀਆਂ ਕੀ ਸਾਰੀਆਂ ਤਾਕਤਾਂ ਦਾ ਮਾਲਕ ਹੈ ਉਹ। ਤੂੰ ਰੱਬ ਨੂੰ ਮਨੋ ਨਾ ਵਿਸਾਰ, ਉਹਨੂੰ ਯਾਦ ਰੱਖ ਕੇ ਸਾਰਾ ਕੁਝ ਤੇਰੇ ਨਾਲ ਨਾਲ ਹੋ ਤੁਰੇਗਾ। ਸਾਨੂੰ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਵਾਹਿਗੁਰੂ ਸਾਰੀਆਂ ਆਤਮਿਕ ਸ਼ਕਤੀਆਂ ਦਾ ਖਜ਼ਾਨਾ ਹੈ। ਜਿਹੜਾ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਦਾ ਹੈ, ਉਹਦੇ ਜੀਵਨ 'ਚੋਂ ਤਾਕਤਾਂ ਭਰ ਦਿੰਦਾ ਹੈ, ਬੜੀਆਂ ਤਾਕਤਾਂ ਆਪਣੇ ਸੇਵਕ ਨੂੰ ਬਖਸ਼ ਦਿੰਦਾ ਹੈ। ਅਸ਼ਟ ਦਸਾਂ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਭਗਤ ਰਵਿਦਾਸ ਜੀ ਕਹਿੰਦੇ ਰੱਬਾ ਤੂੰ ਮੇਰੀ ਹੱਥ ਦੀ ਤਲੀ ਤੇ ਅਸ਼ਟ ਦਸਾਂ 8 ਤੇ 10 18 ਸਿੱਧੀਆਂ ਮੇਰੀ ਤਲੀ ਤੇ ਰੱਖ ਦਿੱਤੀਆਂ। ਸਭ ਕਿਰਪਾ ਤੁਮਾਰੀ ਹੈ, ਤੇਰੀ ਕਿਰਪਾ ਨਾਲ ਹੈ। ਮਾਰੇ ਕਹਿ ਰਿਹਾ ਇਹ ਇੰਨੀਆਂ ਦਾਤਾਂ, ਇਹ ਸਭ ਤੇਰੀ ਕਿਰਪਾ। ਮੈਂ ਕੀ ਸੀ? ਇੱਕ ਦਰਿਦਰ ਦਾ ਮਾਰਿਆ ਹੋਇਆ ਇਨਸਾਨ ਸੀ। ਮੇਰੇ ਕੋਲ ਤਾਂ ਦਰਿਦਰ ਭਾਵ ਗਰੀਬੀ ਇੰਨੀ ਸੀ, ਦਲਿੱਦਰਤਾ ਇੰਨੀ ਸੀ। ਤੂੰ ਮੈਨੂੰ ਦਰਿਦਰ ਦੇ ਮਾਰੇ ਹੋਏ ਨੇ ਗਰੀਬ ਨੂੰ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ। ਮੇਰਾ ਦਰਿਦਰ ਵੇਖ ਕੇ ਤਾਂ ਲੋਕ ਮਜ਼ਾਕ ਕਰਦੇ ਸੀ, ਸਾਰੇ ਹੱਸਦੇ ਸਨ, ਪਰ ਤੂੰ ਮੈਨੂੰ ਇੰਨੀਆਂ ਬਖਸ਼ਾਂ, ਮੈਨੂੰ ਲੋਕ ਮਖੌਲ ਕਰਦੇ ਸਨ, ਤੂੰ ਰਿੱਧੀਆਂ ਸਿੱਧੀਆਂ ਦਿੱਤੀਆਂ। ਅਸ਼ਟ ਦਸਾਂ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਕਮੀ ਕੋਈ ਨਹੀਂ ਰਹਿੰਦੀ, ਕਿਉਂਕਿ ਰੱਬ ਸਾਰੀਆਂ ਤਾਕਤਾਂ ਦਾ ਮਾਲਕ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਆ ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਾਰਾ ਭਾਈ ਸਮਰੱਥ ਹੈ। ਸਾਰੀਆਂ ਰਹਿਮਤਾਂ ਦਾ ਮਾਲਕ ਹੈ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ। ਭੌਜਲ ਪਾਰ ਉਤਾਰਾ, ਜਿਹਦਾ ਸਿਮਰਨ ਕਰਕੇ ਕੋਈ ਦੁੱਖ ਲੱਗਦਾ ਨਹੀਂ, ਕੋਈ ਦੁੱਖ ਰਹਿੰਦਾ ਨਹੀਂ, ਤੇ ਉਹ ਪਰਮਾਤਮਾ ਦਾ ਨਾਮ ਸਾਨੂੰ ਭਵਜਲ ਤੋਂ ਪਾਰ ਕਰਨ ਵਾਲਾ। ਜਿਹੜਾ ਉਹਨੂੰ ਯਾਦ ਕਰਦਾ ਹੈ ਉਹਨੂੰ ਕੋਈ ਦੁੱਖ ਨਹੀਂ ਲੱਗਦਾ। ਪਰ ਮਹਾਰਾਜ ਕਹਿੰਦੇ ਪਹਿਲਾਂ ਨੇੜਤਾ ਬਣਾਉਣੀ ਪੈਂਦੀ ਆ। ਗੁਰੂ ਅਰਜਨ ਸਾਹਿਬ ਕੈਸੀ ਨੇੜਤਾ ਬਣਾਈ ਉਹਨਾਂ ਨੇ ਕਿ ਪਰਮਾਤਮਾ ਨੂੰ ਆਪਣਾ ਮਾਲਕ, ਆਪਣਾ ਪਿਤਾ ਕਹਿ ਦਿੱਤਾ। ਕਦੇ ਸੋਚਿਆ ਕਿ ਸਾਡੀ ਐਸੀ ਨੇੜਤਾ ਪਰਮਾਤਮਾ ਨਾਲ ਬਣੇ, ਗੁਰੂ ਨਾਲ ਬਣੇ? ਗੁਰੂ ਅਰਜਨ ਸਾਹਿਬ ਦੀ ਨੇੜਤਾ ਕਹਿੰਦੇ ਆ ਮੋਹ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖਦਾਇਕ। ਮੇਰਾ ਮਾਲਕ, ਮੇਰਾ ਪਿਤਾ ਇੰਨਾ ਸੁਖ ਦੇਣ ਵਾਲਾ, ਜੋ ਮੈਂ ਮੰਗਾ ਉਹੀ ਦਿੰਦਾ। ਔਰ ਅਸੀਂ ਜੋ ਵੀ ਮੰਗਦੇ ਆ ਪਰਮਾਤਮਾ ਉਹ ਬਖਸ਼ਦਾ ਹੈ। ਪਰ ਇੱਥੇ ਬੰਦਾ ਕਹਿੰਦਾ ਜੀ ਮੈਂ ਸੁੱਖ ਮੰਗਿਆ ਉਹਨੇ ਦੁੱਖ ਦੇ ਦਿੱਤਾ, ਮੈਂ ਆਦਰ ਮੰਗਿਆ ਉਹਨੇ ਨਿਰਾਦਰ ਦੇ ਦਿੱਤਾ, ਮੈਂ ਚੰਗਾ ਕਿਹਾ ਮਾੜਾ ਹੋ ਗਿਆ। ਇਸ ਕਰਕੇ ਆ ਕਿਉਂਕਿ ਅਸੀਂ ਨੇੜਤਾ ਨਹੀਂ ਬਣਾਈ। ਸਾਡਾ ਪੂਰਨ ਵਿਸ਼ਵਾਸ ਨਹੀਂ ਹੈ ਰੱਬ ਤੇ। ਅਸੀਂ ਤਾਂ ਕਹਿੰਦੇ ਆ ਵੀ ਅਰਦਾਸ ਕਰਾ ਕੇ ਵੇਖ ਲਓ, ਹੋ ਗਿਆ ਤਾਂ ਵੀ, ਨਹੀਂ ਹੋਇਆ ਤਾਂ ਵੀ। ਪਰ ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਐਡਾ ਵਿਸ਼ਵਾਸ
परमात्मा ते उन्होंने बनाया। इस तरह का ही जिहड़ा है जिन्ना परमात्मा प्रति पूर्ण तौर ते विश्वास पैदा हो जाएगा उन्ना ही ये सारियां रहमतां साडी झोली विच आ जाणगियां। गुरु अर्जन साहब कहंदे तां ही ये दातां मिलियां क्योंकि मैं रब लई विश्वास पक्का कर लिया, मन रब नूं अपना समझ लिया, रब मेरा हो गया, तां मैनूं उहने रिद्धियां सिद्धियां सारियां ये दातां बख्शिश कर दित्तियां। सतगुरु किरपा करन साडी तुहाडी सारियां दी अंदरूनी नेड़ेों सांझ परमात्मा नाल बने तां कि साडे घरां विच किसी पदार्थ की कोई कमी ना रहे, किसी चीज़ की कोई कमी ना रहे और असीं ये खांदियां हसंदियां खलंदियां पहनदियां खवंदियां विचे होवे मुक्त सारा कुछ माणदियां भोगदियां परमात्मा का नाम सिमरन के जिहड़ा भवजल तो पार करन वाला सानूं विचे विच मुक्ति भी मिल जाए। सतगुरु किरपा कर इन्नियां बेनतियां प्रवान तमाम भुलां चुकां दी खिमा देहो सज्जण असीसड़ियां जो होवे। साहिब सो मेल सारी संगत आनंद साहब की बाणी विच हाजरी लवा के अपनी रसना पवित्र करो जी। फिर अरदास बेनती विच जुड़ांगे हुक्मनामे सरवण करके जिवें जिवें वाहिगुरू दा जाप करदे अपने घरों तो आए हो उस तरह वाहिगुरू का जाप करते घरों में जाने की कृपालता करनी। आनंद साहिब रामकली महला तीजा आनंद एक ओंकार सतगुर प्रसाद। आनंद पाया मेरी माए सतगुरु मैं पाया।